ਵਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਵੰਦੋ ਬਾਰ ਬਾਰ ਜਗਦੀਸਾ जिस में अमृत ज्ञान है माणक भगत वैराग श्री गुरु ग्रंथ साहिब उदद बंदो कर अनुराग श्री गुर शब्द कमाई जिन जीते पंच विकार तिन संतन को वंदना सिर चरणन पर तार तिन संतन को वंदना सिर चरणन पर तार कंकारा सतगुरु तेह प्रसाद सच होए वाहिगुरु जी की फतेह सोए वाहिगुरु जी की फतेह विघ्न विनाशन सोए। सतनाम श्री वाहिगुरु साहिब जी चौपई सकल जामनी गई बिहाय दिवस चढ़े उठ पापी आए सकल जामनी गई बिहाय। वाहिगुरु जी का खालसा वाहिगुरु जी की फतेह। राजान राज आनंद आन देवान देव उपमा महान चौर छत्र तख्त मालिक धन सतगुरु धन सतगुरु धन सतगुरु धन सतगुरु श्री गुरु ग्रंथ साहिब जी महाराज सच्चे पातशाह तिन्हां दी पावन पवित्र हजूरी विच जुड़ मिल बैठी गुरु रूप गुरु सवारी साध संगत जीओ। सतगुरु पातशाह जी ने रहमत करके तरस करके सानू सबना नू अपने चरणों च बैठन दियां ये अमोलक घड़ियां बख्शियां ने। आओ प्यारिओ जिथे शरीर करके गुरु दे हजूर बैठे हाँ मन बिरतियां नू गुर इतिहास दे नाल जोड़िए। आप जी गुरबाणी दा अमृतमयी कीर्तन गुरु के कीर्तनीय ਸਿੰਘਾਂ पासों सरवण कर रहे सी। आओ कुछ समा उस कीर्तन के रस नूं अंदर टकाउंदियां होइयां गुर इतिहास धन गुरु अर्जन देव जी के शहीदी का प्रसंग जो इस स्थान पर चल रहा है कुछ दिनों तो उस दे नाल चित बिरती नूं जोड़ना करिए। कुछ दिनों तो आप जी सरवण कर रहे हो सतगुरु धन गुरु अर्जन देव जी महाराज सच्चे पातशाह जियां नूं चंदू अपने एक हवेली विच लै जांदा है। उस हवेली विच सच्चे पातशाह जी महाराज उत्ते असह ते अकह कष्ट हुंदे ने। सब तो पहला सच्चे पातशाह जी नूं सिखां दे कोलों वख करके बिठाया जांदा है। 5 गुरसिख प्यारिਆਂ नूं रस्सियां दे नाल बन के ਨੂੜ के उन्हां दे शरीरां नूं ते जिथे हवेली दी दियोड़ी है उस दियोड़ी विच बन्निया जांदा है। उस तो बाद सच्चे पातशाह जी महाराज ਅਤੇ ਸਿੱਖਾਂ ਵਾਸਤੇ ਚੰਦੂ ਇਹ ਆਰਡਰ ਕਰਦਾ ਹੈ ਕਿ ਸਿਪਾਹੀਓ ਇਹਨਾਂ ਨੂੰ ਨਾ ਛਕਣ ਨੂੰ ਦਿਓ ਨਾ ਕੁਛ ਇਹਨਾਂ ਨੂੰ ਪੀਣ ਨੂੰ ਦਿਓ ਨਾ ਇਹਨਾਂ ਨੂੰ ਸੌਣ ਨੂੰ ਦਿਓ। ਫਿਰ ਸੱਚੇ ਪਾਤਸ਼ਾਹ ਜੀ ਨੂੰ ਕੜਕਦੀ ਧੁੱਪ ਦੇ ਵਿੱਚ ਬਾਹਰ ਬਹਾਲਿਆ ਜਾਂਦਾ ਹੈ। ਉਸ ਤੋਂ ਉਪਰੰਤ ਗੁਰੂ ਕੇ ਪਿਆਰਿਓ ਉਬਲਦੀ ਦੇਗ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਅਡੋਲ ਚਿੱਤ ਸਮਾਧੀ ਲਾ ਕੇ ਸਥਿਤ ਹੋ ਕੇ ਬਹਿੰਦੇ ਨੇ। ਉਸ ਤੋਂ ਉਪਰੰਤ ਪਿਆਰਿਓ ਕੱਲ੍ਹ ਦੇ ਦੀਵਾਨ ਵਿੱਚ ਪਰਸੋਂ ਦੇ ਦੀਵਾਨ ਵਿੱਚ ਆਪ ਨੇ ਸਰਵਣ ਕੀਤਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਚੰਦੂ ਨੇ ਦੇਖਿਆ ਕਿ ਉਬਲਦੀ ਹੋਈ ਦੇਗ
ਗੁਰੂ ਅਰਜਨ ਦੇਵ ਜੀ ਦੇ ਅੰਦਰ ਦੇ ਰੰਗ ਨੂੰ ਡੁਲਾ ਨਹੀਂ ਸਕੀ। ਹੁਕਮ ਕੀਤਾ ਕਿ ਤਪਦੀ ਹੋਈ ਲਾਲ ਜੋ ਰੇਤ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਉਸ ਰੇਤ ਦੇ ਉੱਤੇ ਚਾਜ ਨੇ ਉਸ ਲਾਲ ਸੁਰਖ ਰੇਤ ਉੱਤੇ ਚੌਂਕੜਾ ਮਾਰਿਆ ਹੈ। ਆਓ ਦਿਲ ਦਿਮਾਗ ਦੇ ਅੰਦਰ ਸੁਰਤੀ ਨਾਲ ਦੇਖੀਏ। ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਪੰਜਵੇਂ ਪਾਤਸ਼ਾਹ ਜੀ ਲਾਲ ਉਸ ਤਪਦੇ ਹੋਏ ਰੇਤ ਦੇ ਆਸਣ ਤੇ ਅਡੋਲ ਬੈਠੇ ਨੇ, ਜਿਵੇਂ ਫੁੱਲਾਂ ਦੀ ਸੇਜ ਉੱਤੇ ਬਿਰਾਜ ਰਹੇ ਹੁੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਦੇਖ ਕੇ ਚੰਦੂ ਕਹਿੰਦਾ ਆ ਕਿ ਇਹਨਾਂ ਨੂੰ ਕਸ਼ਟ ਨਹੀਂ ਮਹਿਸੂਸ ਹੁੰਦਾ। ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਵਿੱਚ ਭਰ ਭਰ ਕੇ ਫਿਰ ਉਸ ਤਪਦੀ ਹੋਈ ਰੇਤ ਦੇ ਕੜਛੇ ਪਾਏ ਜਾਂਦੇ ਨੇ। ਉੱਤੋਂ ਰੇਤ ਤਪਦੀ ਲਾਲ ਰੰਗ, ਉੱਤੋਂ ਗੁਰੂ ਕੇ ਪਿਆਰਿਓ ਸੱਚੇ ਪਾਤਸ਼ਾਹ ਜੀ ਦੇ ਸੀਸ ਤੋਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੱਕ ਸਾਰੇ ਸਰੀਰ ਉੱਤੇ ਲਾਲ ਰੰਗ ਦੇ ਫਲੂਹੇ ਛਾਲੇ ਜਿਹੜੇ ਆ ਜਿਨ੍ਹਾਂ ਵਿੱਚੋਂ ਲਹੂ ਰਿਸਦਾ ਆ, ਸਾਰੇ ਸਰੀਰ ਉੱਤੇ ਮਹਾਰਾਜ ਸਾਹਿਬ ਜੀ ਦੇ ਉਹ ਛਾਲਿਆਂ ਚੋਂ, ਉਹਨਾਂ ਫਲੂਹਿਆਂ ਚੋਂ ਥੋੜ੍ਹਾ ਥੋੜ੍ਹਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਖੂਨ ਜਿਹੜਾ ਉਹ ਰਿਸ ਰਿਹਾ ਹੈ। ਮਹਾਰਾਜ ਜੀ ਫਿਰ ਵੀ ਅਡੋਲ 6 ਘੰਟਿਆਂ ਤੱਕ ਇਸ ਤਪਦੀ ਹੋਈ ਰੇਤ ਦੇ ਉੱਤੇ ਬਿਰਾਜਦੇ ਰਹੇ। ਉਸ ਤੋਂ ਬਾਅਦ ਰਾਤ ਪੈ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਬਾਣੀ ਕਹਿ ਰਹੀ ਹੈ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ, ਫੁਨ ਵੇਦ ਵਿਰੰਚ ਵਿਚਾਰਿਓ ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਇੰਦਰ ਦੇਵਤਾ ਵੀ ਹੱਥ ਜੋੜ ਕੇ ਖੜਾ ਹੈ। ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿ ਰਹੇ ਹੈ, ਇਤਿਹਾਸ ਵੱਲ ਉਂਗਲ ਚੱਕਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜ਼ਰੂਰ ਤੱਕਿਆ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਇੰਦਰ ਦੇਵਤਾ ਖੜਾ ਹੱਥ ਜੋੜ ਕੇ। ਅੰਤ ਨਾ ਪਾਵਤ ਦੇਵ ਸਭੈ, 33 ਕਰੋੜ ਦੇਵਤਾ ਮਹਾਰਾਜ ਦੇ ਚਰਨਾਂ 'ਚ ਖੜਾ ਹੈ। ਇੰਦਰ ਮਹਾ ਸਿਵ ਜੋਗ ਕਰੀ। शिव जी इंद्र ब्रह्मा विष्णु फुन वेद बिरंच विचार रहे हो हर जाप न छाडियो एक करी। जिस ब्रह्मा ने 4 वेद जिहड़े वो रचिया वो ब्रह्मा महाराज जी के चरणों च खड़ा है। मथुरा जन को प्रभ दीन दयाल है, संगत श्रेष्ठ निहाल करी। रामदास गुरु जग तारन को गुरजोत अर्जुन माहे धरी। ओ निरंजनी जोत जिस जोत विचों पातालां पाताल पैदा होया, जिस जोत विचों सारे आकार पैदा होया, जिस जोत करके अज असी संसार देखते हैं, वो जोत गुरु अर्जन साहब जी के सीने विच है। ते अज वो जोत धन गुरु ग्रंथ साहब महाराज के अंदर विराज रही है। हुण भी इस दरबार के अगे सारियां शक्तियां गुरु साहब की ढाबियां च खड़ियां, सानू नहीं दिसदियां पर खड़ियां ने महाराज साहब की ढाबियां च। सब कुछ खड़ा है गुरु साहब जी के अगे। जितनी भी शक्ति है ना, कदे ध्यान ला के सोचिए, सारी दुनिया गुरु नानक साहब जी के हुक्म च है। एडी वड्डी शरधा होवे सिख दी। प्यारिओ मैं संखेप करा, अज समा बहुत थोड़ा है तो आपां तप्त लोह तक ये प्रसंग सरवण करना है। सच्चे पातशाह जी महाराज के अगे इंद्र 33 करोड़ देवते आके हाथ जोड़ते आ। तमाम शक्तियां जो रब ने बनाइया वो सब धन गुरु अर्जन देव, धन गुरु अर्जन देव जपदियां ने। इस तो बाद गोरखनाथ चल के आउंदा है 84 सिद्धां दे नाल। ते मैं बेनती करा, गोरखनाथ ने यह बेनती की, महाराज कोई शक्ति मैं विखा दियां। महाराज कहते खबरदार, ये महाराज परमेश्वर के हुक्म च हो रहा है, सब कुछ साडी खेल हो रही है। गोरखनाथ इस खेल विच विघन नहीं पाउणे। उस तो बाद साईं मियाँ मीर ਅਤੇ ਹੋਰ मैं पीर फकीरिया ये चल के आउंदे ने महाराज जी दे कोल, ये बेनतियां करते ने। उस वेले मियाँ मीर जी ने आख्या, हे साईयां, इतने कष्ट आप जी सहा रहे हो, इतना दुख आप जी झल रहे हो। उस वेले गुरु अर्जन देव जी ने हस के आख्या, मियाँ मीर, एक बारी सचखंड श्री हरमंदर साहब की धरती ते सुखमनी साहब का पाठ हुंदा सी।
ਸਿੱਖ ਨੇ ਪੜਿਆ ਸੀ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਆਪਾਂ ਸਾਰੇ ਜਾਣਦੇ ਨਾ, ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਇਹ ਇਸ ਦੇ ਸੰਖੇਪ ਅਰਥ ਕੀ ਨੇ? ਇਸ ਦੇ ਸੰਖੇਪ ਅਰਥ ਨੇ, ਜਿਸ ਦੇ ਅੰਦਰ ਪ੍ਰਮਾਤਮਾ ਦਾ ਹੁਕਮ ਜਿਹਨੂੰ ਮਿੱਠਾ ਲੱਗਦਾ ਆ, ਸੱਚੀ ਗੱਲ ਹੈ, ਜਿਹਨੂੰ ਰੱਬ ਦਾ ਹੁਕਮ ਮਿੱਠਾ ਲੱਗਦਾ ਆ, ਉਹਦੇ ਵਾਸਤੇ ਸੁੱਖ ਵੀ ਰੱਬ ਦੀ ਬਖਸ਼ਿਸ਼, ਉਹਦੇ ਵਾਸਤੇ ਦੁੱਖ ਵੀ ਰੱਬ ਦੀ ਬਖਸ਼ਿਸ਼, ਉਹਦੇ ਵਾਸਤੇ ਅੰਮ੍ਰਿਤ ਵੀ ਰੱਬ ਦੀ ਬਖਸ਼ਿਸ਼, ਉਹਦੇ ਵਾਸਤੇ ਜ਼ਹਿਰ ਵੀ ਰੱਬ ਦੀ ਬਖਸ਼ਿਸ਼, ਉਹਦੇ ਵਾਸਤੇ ਗੁਰੂ ਕੇ ਪਿਆਰਿਓ ਮਾਨ ਵੀ ਗੁਰੂ ਦੀ ਬਖਸ਼ਿਸ਼, ਉਹਦੇ ਵਾਸਤੇ ਬੇਅਦਬੀ ਵੀ ਗੁਰੂ ਦੀ ਬਖਸ਼ਿਸ਼ ਜੋ ਉਹਦੇ ਤੇ ਬੀਤਦੀ ਆ, ਉਹਦਾ ਅਪਮਾਨ ਵੀ ਗੁਰੂ ਦੀ ਬਖਸ਼ਿਸ਼, ਉਹਦਾ ਮਾਨ ਵੀ ਗੁਰੂ ਦੀ ਬਖਸ਼ਿਸ਼। ਸਾਈ ਮੀਆਂ ਮੀਰ ਨੇ ਆਖਿਆ, ਧੰਨ ਗੁਰੂ ਅਰਜਨ ਦੇਵ, ਕੋਈ ਹੈ ਸੰਸਾਰ ਦੇ ਅੰਦਰ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਤੇਰੇ ਸਵਾਲ ਦਾ ਜਵਾਬ ਅੱਖਰਾਂ ਨਾਲ ਨਹੀਂ ਹੋ ਸਕਦਾ, ਤੇਰੇ ਸਵਾਲ ਦਾ ਜਵਾਬ ਕਦੇ ਲਾਹੌਰ ਦੀ ਧਰਤੀ ਤੇ ਦੇਾਂਗੇ। ਸਾਈਂ ਜੀ ਜਿਹੜੀ ਚੀਜ਼ ਆਪ ਜੀ ਨੇ ਦਰਬਾਰ ਸਾਹਿਬ ਪੁੱਛੀ ਸੀ ਨਾ, ਫੁੱਲਾਂ ਦੀ ਸੇਜ ਤੇ ਸਾਨੂੰ ਅਸੀਂ ਬਰਾਜ ਰਹੇ ਸੀ ਉਸ ਵੇਲੇ, ਅੱਜ ਤਪਦੇ ਹੋਏ ਰੇਤੇ ਉੱਤੇ ਪ੍ਰੈਕਟੀਕਲ ਕਰਕੇ ਤੁਹਾਨੂੰ ਉਸ ਪੌੜੀ ਦੇ ਅਰਥ ਸਰਵਣ ਕਰਾ ਰਹੇ। ਦੇਖੋ ਸਾਈਂ ਜੀ, ਤਪਦੀ ਹੋਈ ਰੇਤ ਨਾਲ ਸਾਰਾ ਸਰੀਰ ਜਿਹੜਾ ਉੱਤੇ ਫਲੂਏ ਪੈ ਗਏ ਨੇ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਦੇਖੋ ਸਾਈਂ ਜੀ, ਕਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜਦੇ ਹੁੰਦੇ ਸੀ, ਅੱਜ ਵੇਖ ਸਾਡੇ ਸਰੀਰ ਨੂੰ ਇਹ ਸਰੀਰ ਅਰਥ ਕਰ ਰਿਹਾ ਗੁਰਬਾਣੀ ਦਾ। ਇਨ ਯੈਸਟਰਡੇਜ਼ ਦੀਵਾਨ ਸਾਈਂ ਮੀਆਂ ਮੀਰ ਜੀ ਅਰਾਈਵਸ, he says, why you going through so much pain? Maharaj ji said, in Darbar Sahib you asked me, in Sukhmani Sahib it says, that person is liberated, that person has met God, who looks at pain and pleasure the same way. You asked me then, is there anyone in the world who can smile whilst he is in pain? Guru Arjan Dev Ji Maharaj says, Sai Mia Mir, look into my eyes, look at my face. I'm not explaining Gurbani through Katha, I'm explaining Gurbani through Qurbani. मैं बेनती करा, गुरबाणी दी कथा ਉਹ ਵੱਖਰੀ ਗੱਲ ਹੈ, ਪਰ ਜਦੋਂ ਗੁਰਬਾਣੀ ਦੇ ਅਰਥ ਕੁਰਬਾਨੀ ਨਾਲ ਕੀਤੇ ਜਾਂਦੇ ਉਹਦਾ ਰੰਗ ਹੀ ਵੱਖਰਾ ਹੈ। ਗੁਰੂ ਅਰਜਨ ਦੇਵ ਜੀ ਗੁਰਬਾਣੀ ਦੇ ਅਰਥ ਕਰਦੇ ਪਏ ਨੇ, ਅੱਖਰਾਂ ਨਾਲ ਨਹੀਂ, ਦਲੀਲਾਂ ਨਾਲ ਨਹੀਂ, ਇਹ ਪੜ੍ਹੀ ਪੜ੍ਹਾਈ ਹੋਈ ਵਿਦਿਆ ਨਾਲ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਆਪਣੇ ਖੂਨ ਵਹਾ ਕੇ ਕਰਦੇ ਪਏ, ਆਪਣੀ ਕੁਰਬਾਨੀ ਦੇ ਕੇ ਕਰਦੇ ਪਏ ਨੇ। That is how Gurbani is explained, not by Kathavachaks, but by those who sacrifice themselves like Dhan Guru Arjan Dev Maharaj। आओ प्यारियो, सच्चे पातशाह जी महाराज नूं पापियां ने जो तसीहे होर देने आ, ਉਹ ਆਪਾਂ ਇਸ ਦੀਵਾਨ ਅੰਦਰ ਸਰਵਣ ਕਰਨੇ ਨੇ। आओ अपनी सुरती बिरती ਨੂੰ ਲੈ ਚਲੀਏ ਲਾਹੌਰ ਦੀ ਧਰਤੀ ਉੱਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਉਸ ਅਸਥਾਨ ਤੇ ਲਾਹੌਰ ਚੰਦੂ ਦੇ ਗ੍ਰਹਿ ਵਿਖੇ ਇਹਨਾਂ ਸ਼ਕਤੀਆਂ ਨੂੰ ਗੁਪਤ ਰੱਖ ਕੇ ਤੇ ਆਪ ਜਰੀ ਜਾ ਰਹੇ ਨੇ। ਪਿਆਰ ਸਤਿਕਾਰ ਨਾਲ ਸਰਵਣ ਕਰਨਾ ਕਰੋ ਜੀ। ਚੌਪਈ ਸਕਲ ਜਾਮਨੀ ਗਈ ਬਿਹਾਏ। ਗੁਰੂ ਕੇ ਪਿਆਰੋ, ਇਸ ਤਰ੍ਹਾਂ ਸਾਰੀ ਰਾਤ ਜਿਹੜੀ ਆ ਉਹ ਬਤੀਤ ਹੋ ਗਈ ਹੈ। ਦਿਵਸ ਚੜੇ ਉਠ ਪਾਪੀ ਆਏ। ਫਿਰ ਦਿਨ ਚੜੇ, ਇਹ ਜਿਹੜਾ ਚੰਦੂ ਪਾਪੀ ਹੈ ਚੱਲ ਕੇ ਆਉਂਦਾ ਹੈ। ਇਹ ਵਿਚਾਰ ਹੈ ਬੜ ਹਠਵੰਤਾ। ਆਪਣੇ ਹਿਰਦੇ ਦੇ ਵਿੱਚ ਇਹ ਬਹੁਤ ਵਿਚਾਰਦਾ ਆ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣਾ ਹੱਠ ਨਹੀਂ ਛੱਡਣਾ। Chandu comes in the morning after that night. Remember, the first day Guruji sits in the sun. The day after that Guruji sits in boiling hot water. The day after that Guruji sits on boiling hot sand. Chandu ਵਿਚਾਰਾਂ ਕਰਦਾ ਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਸਿੱਧਕ ਛੱਡਣਾ ਨਹੀਂ ਹੈ। ਜਿਤੇ ਕਸ਼ਟ ਤੇ ਨਹਿ ਬੁਲੰਤਾ। ਜਿੰਨੇ ਵੀ ਕਸ਼ਟ ਦਿੱਤੇ ਆ ਫਿਰ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੋਲਦੇ ਨਹੀਂ, ਫਿਰ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਡੋਲਦੇ ਨਹੀਂ ਹਨ। ਕਰ ਨਾਤਾ ਨਾਹਨ ਮਨ ਹੈ। ਇਹਨਾਂ ਦੇ ਅੰਦਰ ਭੈ ਨਾਮ ਦੀ, ਡਰ ਨਾਮ ਦੀ ਕੋਈ ਚੀਜ਼ ਨਹੀਂ।
ਨਾ ਹੀ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰਦੇ ਹਨ। ਬਿਨਾ ਤਰਾਸ ਤੇ ਬਾਕ ਬਖਾਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨਿਰਭੈ ਹੋ ਕੇ ਬਚਨ ਕਰਦੇ ਆ। ਚੰਦੂ ਸੋਚਦਾ ਕਿ ਇਸ ਗੁਰੂ ਦੇ ਅੰਦਰ ਨਿਰਭੈਤਾ ਹੈ, ਇਸ ਗੁਰੂ ਦੇ ਅੰਦਰ ਭੈ ਨਾਮ ਦੀ, ਡਰ ਨਾਮ ਦੀ ਚੀਜ਼ ਨਹੀਂ। ਇਹਨੂੰ ਇਹ ਨਹੀਂ ਪਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਕਹਿੰਦੇ ਨੇ ਨਿਰਭਉ ਹੋਏ ਭਜਹੁ ਭਗਵਾਨ। ਰੱਬ ਨੂੰ ਯਾਦ ਕਰਨਾ ਹੈ ਨਾ ਤੇ ਦੁਨੀਆ ਤੋਂ ਡਰ ਕੇ ਰੱਬ ਨੂੰ ਯਾਦ ਨਹੀਂ ਕੀਤਾ ਜਾਂਦਾ। ਜੇ ਦੁਨੀਆ ਦਾ ਡਰ ਅੰਦਰ ਹੈ ਨਾ ਤੇ ਫਿਰ ਰੱਬ ਦਾ ਭਜਨ ਨਹੀਂ ਜੇ ਕੀਤਾ ਜਾਣਾ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਇਹ ਨਹੀਂ ਜਾਣਦਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰਭਉ ਦਾ ਰੂਪ ਹਨ। ਬਾਰ ਬਾਰ ਬਾਰੀ ਬਹੁ ਬਾਰੂ। ਕਈ ਵਾਰੀ ਇਹਨਾਂ ਦੇ ਸਰੀਰ ਨੂੰ ਆਪਾਂ ਇਹ ਪਾਣੀ ਜਿਹੜਾ ਉਬਾਲ ਕੇ ਕਸ਼ਟ ਦਿੱਤੇ ਆ, ਕਈ ਵਾਰੀ ਰੇਤਾ ਜਿਹੜਾ ਤਪਦਾ ਇਹਨਾਂ ਦੇ ਸੀਸ ਵਿੱਚ ਪਾਇਆ, ਪਰ ਧੰਨ ਗੁਰੂ ਅਰਜਨ ਦੇਵ ਜੀ ਡੋਲਦੇ ਨਹੀਂ ਹਨ। ਅਤ ਤਪ ਤਾਏ ਥਿਰਿਓ ਮਝਾਰੂ। ਬਹੁਤ ਤਪਦਾ ਹੋਇਆ ਜਲ ਦੇ ਵਿੱਚ ਇਹਨਾਂ ਨੂੰ ਉਬਾਲਿਆ ਗਿਆ, ਕਦੇ ਰੇਤਾ ਪਾਇਆ ਗਿਆ, ਪਰ ਇਹ ਡੋਲੇ ਨਹੀਂ, ਇਹ ਆਸਥਿਰ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ is not given up even though they have been through all of these tortures। ਹਾਂਜੀ, ਪ੍ਰਾਨ ਜਾਨ ਲਗ ਹੱਠ ਪਹੁੰਚਾਵੇ। ਉਹ ਕਹਿੰਦਾ ਵੀ ਸ਼ਾਇਦ ਇਹਨਾਂ ਨੇ ਆਪਣਾ ਸਰੀਰ ਹੀ ਤਿਆਗਣਾ। ਪਾਪੀ ਆਪਣੇ ਮਨ ਵਿੱਚ ਵਿਚਾਰਾਂ ਕਰਦਾ ਨਹੀਂ, ਦੀ ਮੱਤ ਮੰਦੀ ਹੈ, ਉਹਦੇ ਮੁਤਾਬਕ ਸੋਚਦਾ ਹੈ ਵੀ ਸ਼ਾਇਦ ਇਹ ਸਰੀਰ ਤਿਆਗ ਦੇਣਗੇ। ਮੈਂ ਤਿਆਗੋ ਮੈਂ ਜੀਤ ਜੇ ਜਾਵੇ। ਪਰ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਹੈ। ਆਜ ਤਪਤ ਕਰ ਲੋਹ ਬਿਸਾਲਾ। ਉਹ ਕਹਿੰਦਾ ਕਿ ਅੱਜ ਤੱਤੀ ਲੋਹ ਜਿਹੜੀ ਆ ਉਹਦੇ ਥੱਲੇ ਅੱਗ ਬਾਲ ਕੇ ਉਹਨੂੰ ਲਾਲ ਕੀਤਾ ਜਾਣਾ ਆ। ਚੰਦੂ now thinks of his one of his last most evil plans, that he will make the Guru sit upon a burning hot plate। ਹਾਂਜੀ, ਖਰੇ ਕਰੋ ਬੋਲੇ ਤਿਸ ਕਾਲਾ। ਫਿਰ ਉਸ ਵੇਲੇ ਚੰਦੂ ਨੇ ਇਹ ਗੱਲ ਆਖੀ ਕਿ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੱਕ ਤੱਤੀ ਉੱਬਲਦੀ ਹੋਈ ਇਸ ਤਵੀ ਉੱਤੇ, ਇਸ ਤਪਦੀ ਹੋਈ ਲੋਹ ਉੱਤੇ ਖੜਿਆਂ ਕਰਾਉਣਾ ਹੈ। ਇਹ ਪਾਪੀ ਨੇ ਹਿਰਦੇ ਵਿਚਾਰਾ। ਇਸ ਤਰ੍ਹਾਂ ਇਹ ਸੋਚਦਾ ਜਾ ਰਿਹਾ ਹੈ ਚੰਦੂ ਪਾਪੀ ਕਿ ਗੁਰੂ ਅਰਜਨ ਦੇਵ ਜੀ ਨੂੰ ਤਪਦੇ ਹੋਏ ਲੋਹ ਉੱਤੇ ਖੜਾ ਕਰਾਉਣਾ ਹੈ। ਨਾਤਾ ਦਿਓ ਕਿ ਕਰੋ ਸੰਘਾਰਾ। ਕਹਿੰਦਾ ਕਿ ਜਾਂ ਤਾਂ ਗੁਰੂ ਸਾਹਿਬ ਜੀ ਸਾਡੀ ਈਨ ਮੰਨ ਜਾਣ, ਮੇਰੀ ਧੀ ਦਾ ਸਾਕ ਲੈ ਲੈਣ, ਤੇ ਜਾਂ ਫਿਰ ਇਹਨਾਂ ਨੂੰ ਮਾਰ ਕੇ ਰੱਖ ਦਿਆਂਗਾ। ਕਹਿ ਕਰ ਦੀਰਘ ਲੋਹ ਮੰਗਾਈ। ਇਸ ਤਰ੍ਹਾਂ ਕਹਿ ਕੇ ਫਿਰ ਨੌਕਰਾਂ ਨੂੰ ਆਖਿਆ ਕਿ ਬਹੁਤ ਵੱਡੀ ਲੋਹ ਲੈ ਕੇ ਆਉਣਾ ਕਰੋ। ਧਰ ਉੱਪਰ ਤਰ ਅਗਨ ਜਲਾਈ। ਇਸ ਲੋਹ ਦੇ ਥੱਲੇ ਗੁਰੂ ਕੇ ਪਿਆਰੋ ਬਹੁਤ ਸਾਰੀ ਅੱਗ ਬਾਲੀ ਗਈ ਹੈ। Imagine now Guru Arjan Dev Ji Maharaj is standing there. Their whole body is covered in ulcers. Now they have brought the burning hot plate and they have lit a fire underneath। ਚੰਦੂ ਨੇ ਹੁਕਮ ਦੇ ਦਿੱਤਾ ਹੈ। ਸਮ ਤਾਂਬੇ ਕੇ ਤਪਤ ਕਰਾਈ। ਕਹਿੰਦੇ ਨੇ ਕਵੀ ਸੰਤੋਖ ਸਿੰਘ, ਕਹਿੰਦੇ ਸੰਗਤੇ ਆਪਣੀਆਂ ਅੱਖਾਂ ਨਾਲ ਵੇਖੋ, ਅੰਦਰਲੀਆਂ ਅੱਖਾਂ ਨਾਲ ਜਿਵੇਂ ਤਾਂਬਾ ਲਾਲ ਹੁੰਦਾ ਹੈ ਨਾ, ਇਵੇਂ ਉਹ ਜਿਹੜੀ ਲੋਹ ਕਾਲੀ ਸੀ ਉਹ ਲਾਲ ਅੱਗ ਦੇ ਅੰਗਿਆਰਿਆਂ ਵਾਂਗੂ ਭਖਦੀ ਪਈ ਹੈ। ਸੂਹਾ ਰੰਗ ਹੋ ਗਿਆ ਹੈ ਲੋਹ ਦਾ। ਗੁਰੂ ਕੇ ਪਿਆਰਿਓ, ਲੋਹ ਜਿਹੜੀ ਹੈ ਉਹ ਇਤਨੀ ਗਰਮ ਹੈ ਕਿ ਤਾਂਬੇ ਵਾਂਗੂ ਲਾਲ ਹੋ ਗਈ ਹੈ। The law, that plate which Guruji is going to sit on, it was black, but they burnt so much fire underneath it, it has gone red hot. See it with your eyes। ਕਵੀ ਸੰਤੋਖ ਸਿੰਘ ਜੀ ਸਾਨੂੰ ਦੱਸਦੇ ਹਨ। ਦੇਖ ਪਾਤ ਕੀ ਲਿਏ ਬੁਲਾਈ। ਇਸ ਨੂੰ ਦੇਖ ਕੇ ਜਿਹੜਾ ਇਹ ਪਾਪੀ ਚੰਦੂ ਹੈ, ਗੁਰੂ ਸਾਹਿਬ ਜੀ ਨੂੰ ਲਿਆਉਣ ਦਾ ਆਰਡਰ ਦਿੱਤਾ ਹੈ ਸਿਪਾਹੀਆਂ ਨੂੰ। ਇਸ ਪਰ ਖਰੇ ਹੋ ਤਪ ਸਹੋ। ਉਸ ਵੇਲੇ ਚੰਦੂ ਨੇ ਆਖਿਆ ਇਸ ਤਪਦੀ ਹੋਈ ਲੋਹ ਉੱਤੇ ਖੜੇ ਹੋ ਕੇ ਤੇ ਤਸੀਹੇ ਚੱਲਣਾ ਕਰੋ। ਚੰਦੂ orders Guru Arjan Dev Ji to stand upon the burning hot plate। ਹਾਂਜੀ, ਨਾਹੀਂ ਤਾਂ ਨਾਤਾ ਲੈ ਬੇ ਚਾਹੋ। ਜਾਂ ਜਿਹੜਾ ਮੇਰੀ ਧੀ ਦਾ ਨਾਤਾ ਹੈ ਉਹ ਕਬੂਲ ਕਰ ਲਓ, ਜਾਂ ਜਹਾਂਗੀਰ ਦੀ ਈਨ ਮੰਨ ਲਓ, ਨਹੀਂ ਤਾਂ ਇਸ ਲੋਹ ਦੇ ਉੱਤੇ ਖੜਾ ਹੋਣਾ ਕਰੋ। He says to Guru Ji, give up even now, I give you a chance। ਹੁਣ ਵੀ ਤੁਸੀਂ ਮੰਨ ਜਾਓ, ਹੁਣ ਵੀ ਆਪਣਾ ਧਰਮ ਛੱਡ ਦਿਓ, ਹੁਣ ਵੀ ਸਾਡੀ ਈਨ ਮੰਨ ਜਾਓ, ਜਾਂ ਫਿਰ ਇਸ ਤਪਦੀ ਹੋਈ ਲੋਹ ਉੱਤੇ ਖੜੇ ਹੋ ਜਾਓ। Even now he gave the Guru a chance। He says even now you can give up। ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲ ਇਹ ਬਚਨ ਕਰ ਬੋਲਦਾ ਹੈ ਮੰਦੇ। ਗੁਰੂ ਨਾ ਉੱਤਰ ਦੀਨਸ ਕੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਭੂ ਦੇ ਸਿਮਰਨ ਦੇ ਵਿੱਚ ਲੀਨ ਹਨ। ਲੋਹ ਅਰੂਡਨ ਔਰ ਮਹਿ ਹੋਈ। ਸੱਚੇ ਪਾਤਸ਼ਾਹ ਜੀ ਆਪਣੇ ਦਿਲ ਵਿੱਚ ਚਾਹੁੰਦੇ ਆ ਕਿ ਇਸ ਤਪਦੀ ਹੋਈ ਲੋਹ ਉੱਤੇ ਖੜਿਆ ਹੋ ਕੇ ਤੇ ਇੱਕ ਲਾਸਾਨੀ ਕੁਰਬਾਨੀ, ਉਹ ਸ਼ਹੀਦੀ ਜਿਹਨੂੰ ਸਿੱਖ ਯਾਦ ਕਰਨਗੇ, ਸਾਰੀ ਦੁਨੀਆ ਜਿਹਦੇ ਅੱਗੇ ਸੀਸ ਨਿਵਾਏਗੀ। ਸੱਚੇ ਪਾਤਸ਼ਾਹ ਜੀ ਤਾਂ ਆਪ ਚਾਹੁੰਦੇ ਆ
ਤਪਦੀ ਹੋਈ ਲੋਹ ਉੱਤੇ ਸਾਰੀ ਦੁਨੀਆ ਨੂੰ ਕੁਰਬਾਨੀ ਦਾ ਸਬਕ ਸਿਖਾ ਦਈਏ। Maharaj Ji is not in fear. Kavi Santok Singh says, Guru Ji wants to stand upon the burning hot plate. Guru Ji wants to show the world. Maharaj Ji ने विखालना है रत्ते सही जे मुख ना मुड़न जिनी सिंहाता साई चढ़ चढ़ पवदे कच्चे बिरही जिना कार ना आई। धन गुरु अर्जन देव जी महाराज सच्चे पातशाह गुरु रामदास दे बचनां नूं सच करके विखाउणा है। तन मन काट काट सब अरपी विच अग्नि आप जलाई। Maharaj Ji wants to show the world that there is a type of love which cannot be burned. There is a type of love which cannot be cut into pieces. There is a type of love which goes beyond your skin, which goes beyond your blood, which goes beyond your flesh. इस तरह दे ਇਹ ਪ੍ਰੇਮ ਜਿਹੜਾ ਗੁਰੂ ਸਾਹਿਬ ਜੀ ਵਿਖਾਲਣਾ ਚਾਹੁੰਦੇ ਆ ਕਿ ਪ੍ਰੇਮ ਉਹ ਅਵਸਥਾ ਹੈ ਜਿੱਥੇ ਪਿਆਰਿਓ ਸਰੀਰ ਕੁਰਬਾਨ ਕਰਨਾ ਤੇ ਕੁਝ ਵੀ ਨਹੀਂ। ਜਿਹੜੇ ਪ੍ਰੇਮੀ ਹੁੰਦੇ ਆ ਨਾ ਉਹ ਇਹ ਕਹਿੰਦੇ ਆ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣੇ। ਭਾਈ ਮਨੀ ਸਿੰਘ ਦੇ ਬਚਨ ਨੇ ਜਦੋਂ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ। ਖੈਰ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚਾਹੁੰਦੇ ਆ ਕਿ ਅਸੀਂ ਇਸ ਤਪਤ ਲੋਹ ਉੱਤੇ ਖੜੇ ਹੋ ਕੇ ਸਾਰੇ ਸੰਸਾਰ ਨੂੰ ਭਾਣਾ ਮੰਨਣ ਦਾ ਸਬਕ ਸਿਖਾਈਏ। ਆਦ ਚੰਡਾਲ ਜੇ ਕਿਨਹੁ ਨਿਹਾਰੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਨੌਕਰ ਸੀਗੇ ਜਿਹੜੇ ਅਖੌਤੀ ਨੀਵੀਂ ਜ਼ਾਤਾਂ ਦੇ ਸਨ ਉਹ ਵੀ ਵੇਖ ਕੇ ਗੁਰੂ ਕੇ ਪਿਆਰਿਓ ਸੱਚੇ ਪਾਤਸ਼ਾਹ ਜੀ ਵੱਲ ਦੇਖ ਕੇ ਰੋਂਦੇ ਹਨ। ਸਭਨ ਹਾਹਾਕਾਰ ਉਚਾਰੇ ਹਾਹਾਕਾਰ ਮੱਚ ਗਈ ਹੈ। ਇਹ ਜਿਹੜੇ ਨੌਕਰ ਆ ਇਹ ਵੀ ਉੱਚੀ ਉੱਚੀ ਤਾਹਾਂ ਮਾਰਦੇ ਆ। Even the servants in Chandu's house are crying. ਹਾਂਜੀ ਇਹ ਚੰਡਾਲਨ ਤੇ ਅਤ ਪਾਪੀ ਇਹ ਜਿਹੜੇ ਨੀਵੀਂ ਅਖੌਤੀ ਨੀਵੀਂ ਜ਼ਾਤ ਆ ਇਹ ਕਹਿੰਦੇ ਅੱਤ ਦਾ ਪਾਪੀ ਹੈ ਚੰਦੂ। ਹਿਰਦੇ ਨ ਕਰਨਾ ਕੈਸੇ ਹੋ ਵਿਆਪੀ ਇਸ ਚੰਦੂ ਦੇ ਦਿਲ ਦੇ ਵਿੱਚ ਦਇਆ ਨਾਮ ਦੀ ਕੋਈ ਚੀਜ਼ ਹੈ ਨਹੀਂ। ਜੜੇ ਲੋਹ ਪਰ ਭੇਦ ਥਿਰ ਠਾਂਡੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਤਪਦੀ ਹੋਈ ਲੋਹ ਤੇ ਖੜੇ ਹੋ ਗਏ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਧੰਨ ਸੱਚੇ ਪਾਤਸ਼ਾਹ ਤਪਦੀ ਹੋਈ ਲੋਹ ਜਿਹੜੀ ਆ ਲਾਲ ਸੁਰਖ ਹੈ ਮਹਾਰਾਜ ਨੇ ਦੋਵੇਂ ਚਰਨ ਆਪਣੇ ਟਿਕਾਏ ਹੋਏ ਆ। ਮਹਾਰਾਜ ਜੀ ਇਸ ਟਾਈਮ ਖੜੇ ਨੇ ਤਪਦੀ ਹੋਈ ਲੋਹ ਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਟੈਂਡਿੰਗ ਅਪਨ ਦ ਬਰਨਿੰਗ ਹੌਟ ਪਲੇਟ। ਦ ਪਲੇਟ ਹੈਜ਼ ਗੋਨ ਰੈਡ। Both Maharaji's lotus feet are now rested upon this plate. Maharaj ji ਥਿਰ ਖੜੇ ਹੋਏ ਹਨ। ਦੇਖ ਦੇਖ ਸਿੱਖਨ ਦੁਖ ਬਾਢੇ ਸੱਚੇ ਪਾਤਸ਼ਾਹ ਜੀ ਵੱਲ ਤੱਕ ਤੱਕ ਕੇ ਸਿੱਖ ਜਿਹੜੇ ਆ ਉਹ ਬੈਰਾਗ ਦੇ ਵਿੱਚ ਕਾਂਗਾ ਉੱਠਦੀਆਂ ਨੇ। ਨੀਰ ਚੱਲਦਾ ਅੱਖਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਸਹਿੰਦਿਆਂ ਵੇਖ ਕੇ। ਚਾਹੇ ਜਾਨ ਢਿਗ ਜਾਨ ਨ ਦੇਤੇ ਸਿੱਖ ਚਾਹੁੰਦੇ ਆ ਕਿ ਆਪਾਂ ਨੇੜੇ ਜਾਈਏ ਪਰ ਸਿਪਾਹੀ ਜਾਣ ਨਹੀਂ ਦਿੰਦੇ। The Sikhs are crying, they want to go near ਸੱਚੇ ਪਾਤਸ਼ਾਹ but the enemy soldiers won't let them go near. ਹਾਂਜੀ ਰਸਰਨ ਬਾਂਧੇ ਡਿੜ ਕਰ ਲੈਤੇ ਰੱਸੀਆਂ ਦੇ ਨਾਲ ਐਨ ਇਹਨਾਂ ਨੇ ਬੰਨਿਆ ਹੋਇਆ ਹੈ। ਰੱਸੀਆਂ ਕੀ ਨੇ ਸਿੱਖਾਂ ਨੇ ਮਿੰਟ ਦੇ ਵਿੱਚ ਇਹਨਾਂ ਨੂੰ ਭੰਨ ਦੇਣਾ ਸੀ ਪਰ ਗੁਰੂ ਸਾਹਿਬ ਜੀ ਦਾ ਹੁਕਮ ਸੀ ਸਿੱਖੋ ਸ਼ਕਤੀ ਨਹੀਂ ਵਿਖਾਉਣੀ ਹੈ ਅਸੀਂ ਅਜਰ ਨੂੰ ਜਰ ਕੇ ਵਿਖਾਲਣਾ ਹੈ। ਅਗਰ ਵਿਪਰਜੈ ਸੀਲ ਕਰਿਓ ਹੈ ਉਸ ਵੇਲੇ ਪਿਆਰਿਓ ਜਿਹੜਾ ਅਗਨੀ ਦੇਵਤਾ ਉਹ ਵੀ ਡਰਦਾ ਹੋਇਆ ਆਪਣੇ ਸੁਭਾਅ ਨੂੰ ਬਦਲਣ ਲੱਗਾ ਹੈ। ਦਰਤ ਗੁਰੂ ਤੇ ਤੇਜ ਹਰਿਓ ਹੈ ਇਹ ਆਪਣੀ ਜਿਹੜੀ ਗਰਮੈਸ਼ ਉਹ ਛੱਡਣ ਲੱਗਾ ਹੈ ਗੁਰੂ ਸਾਹਿਬ ਜੀ ਤੋਂ। ਗੁਰੂ ਸਾਹਿਬ ਜੀ ਦੇ ਭੈ ਵਿੱਚ ਨੇ ਨਾ ਹੁਣ ਤੇ ਸਾਡੀ ਸ਼ਰਧਾ ਹੀ ਕੁਝ ਹੋਰ ਹੋ ਗਈ ਹੈ ਗੁਰੂ ਤੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸੀ ਕੁਦਰਤ ਸਭ ਉਹ ਗੁਰੂ ਪਰਮੇਸ਼ਰ ਦੇ ਹੁਕਮ 'ਚ ਮਹਾਰਾਜ ਜੀ ਦੇ ਹੁਕਮ ਵਿੱਚ ਸਭ ਕੁਝ ਚੱਲਦਾ ਪਿਆ ਆ। ਅਗਨੀ ਦੇਵਤਾ ਵੀ ਡੋਲਦਾ ਆ ਗੁਰੂ ਸਾਹਿਬ ਜੀ ਵੱਲ ਤੱਕ ਕੇ। ਹਾਂਜੀ ਤਉ ਗੁਰੂ ਪਗ ਤਰਵਾ ਜਾਰੇ ਪਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਇਹ ਹੁਕਮ ਦਿੱਤਾ ਅਗਨੀ ਦੇਵਤਾ ਤੂੰ ਆਪਣਾ ਸੁਭਾਅ ਨਹੀਂ ਛੱਡਣਾ। ਹੈ ਅੱਗ ਆਪਣਾ ਸੁਭਾਅ ਨਹੀਂ ਛੱਡਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਤਲੀਆਂ ਉੱਤੇ ਛਾਲੇ ਪੈ ਗਏ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀਆਂ ਤਲੀਆਂ ਵਿੱਚੋਂ ਖੂਨ ਸਿਮਦਾ ਹੈ। Imagine there is a boiling hot plate. Guru Ji is standing on that plate. Even the fire, everything is in Guru's command. Even the fire is scared to burn the Guru. But Guru Ji says, no, I have come here to show how to accept the command of God. Guru Ji says, you keep your nature, you keep burning. The fire starts burning the soles of Guru Ji's feet and blood starts running from Dhan Guru Arjan Dev Ji's feet. Pyareo, ਚਰਨਾਂ ਕਮਲਾਂ ਦੇ ਛਾਲਿਆਂ ਵਿੱਚੋਂ ਖੂਨ ਜਿਹੜਾ ਉਹ ਸਿਮਦਾ ਪਿਆ ਹੈ। ਪਾਪੀ ਬੈਠਿਓ ਸਾਮੁਖ ਨਿਹਾਰੇ ਜਿਹੜਾ ਚੰਦੂਆ ਸਾਹਮਣੇ ਬੈਠ ਕੇ ਤੱਕਦਾ ਹੈ ਗੁਰੂ ਸਾਹਿਬ ਵੱਲ। ਉਹਨ ਕਹਿ ਕਰ ਤਰ ਅਗਨ ਜਰਾਈ ਉਹ ਪਾਪੀ ਦੇ ਅੰਦਰ ਦਇਆ ਨਹੀਂ ਆਈ ਹੈ।
ਉਹ ਕਹਿ ਕੇ ਕਹਿੰਦਾ ਆ ਹੋਰ ਬਾਲਣ ਪਾਓ, ਹੋਰ ਇਸ ਅੱਗ ਨੂੰ ਤੇਜ਼ ਕਰੋ। ਪੂਰਬ ਕੇ ਸੰਸਰ ਤਪਤਾਈ, ਪਹਿਲਾਂ ਵਾਂਗੂ ਇਹਨੂੰ ਲਾਲ ਤਪਦੀ ਹੋਈ ਕਰ ਦਿਓ। ਜਿਤ ਬਾਂਛਤ ਹੋਏ ਦੁਖ ਤੇ ਦੀਨ, ਇਹ ਚਾਹੁੰਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਦੁੱਖ ਪਹੁੰਚਾਇਆ ਜਾਵੇ, ਮਨ ਹੈ ਨਾਤਾ ਡਰ ਚਿਤ ਚੀਨ, ਕਿ ਗੁਰੂ ਸਾਹਿਬ ਜੀ ਡਰ ਕੇ ਤੇ ਇਹਨਾਂ ਦੀ ਈਨ ਮੰਨ ਜਾਣ। ਜਿਸ ਦਿਨ ਸਤਿਗੁਰ ਕਛੂ ਨ ਬੋਲੇ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕੁਝ ਬੋਲਦੇ ਨਹੀਂ, ਅਡੋਲ ਜਿਹੜੇ ਆ ਉਸ ਤਪਦੀ ਹੋਈ ਲੋਹ ਉੱਤੇ ਖੜੇ ਨੇ। ਮਹਾਰਾਜ ਜੀ ਇਜ਼ ਨਾਟ ਸਪੀਕਿੰਗ, ਗੁਰੂ ਸਾਹਿਬ ਜੀ ਰੱਬ ਦੇ ਰੰਗ ਵਿੱਚ ਉਸ ਕਸ਼ਟ ਨੂੰ ਵੀ ਸਹਾਰਦੇ ਪਏ ਹਨ। ਤਪਤ ਲੋਹ ਪਰ ਥਿਰੇ ਅਡੋਲੇ, ਸੱਚੇ ਪਾਤਸ਼ਾਹ ਜੀ ਅਡੋਲ ਨੇ ਉਸ ਤਪਦੀ ਹੋਈ ਲੋਹ ਤੇ। ਜਪਤ ਚਰਮ ਆਪਣੋ ਦਿਖਰਾਵੇ, ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਵਿਖਾੜ ਰਹੇ ਆ ਮਹਾਰਾਜ ਜੀ ਦੇ ਸਰੀਰ ਉੱਤੇ। ਇਹ ਜਿਹੜੀ ਚਮੜੀ ਹੈ, ਸੱਚੇ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਤਪਦਾ ਪਿਆ ਆ, ਛਾਲੇ ਸਾਰੇ ਸਰੀਰ ਉੱਤੇ ਪੈ ਰਹੇ ਨੇ ਗਰਮੈਸ਼ ਕਰਕੇ। ਅਗਨ ਤਾਪ ਤੇ ਪੀਰ ਨਾ ਪਾਵੇ, ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਨੇ, ਪਰ ਉਹਨਾਂ ਨੂੰ ਕੋਈ ਵੀ ਅੰਦਰ ਦੁੱਖ ਨਹੀਂ ਜਿਹੜਾ ਮਹਿਸੂਸ ਹੋ ਰਿਹਾ, ਕੋਈ ਵੀ ਪੀੜ ਨਹੀਂ ਮਹਿਸੂਸ ਹੋ ਰਹੀ। ਪਰ ਸੱਚੇ ਪਾਤਸ਼ਾਹ ਜੀ ਖੇਲ ਵਿਖਾ ਰਹੇ ਨੇ। ਇਹ ਬਾਹਰੋਂ ਜਿਹੜੇ ਆ ਇਹ ਛਾਲੇ ਨੇ ਸੱਚੇ ਪਾਤਸ਼ਾਹ ਦੇ ਸਰੀਰ ਤੇ, ਪਰ ਮਹਾਰਾਜ ਜੀ ਜੈਸੇ ਜਲ में कमल हले, ब्रह्म ज्ञानी सदा निर्लेप। ਸੱਚੇ ਪਾਤਸ਼ਾਹ ਜੀ ਵਿਖਾਲ ਰਹੇ ਨੇ ਕਿ ਤਪਦੀ ਹੋਈ ਲੋਹ ਉੱਤੇ ਨਿਰਲੇਪ ਕਿਵੇਂ ਰਿਹਾ ਜਾਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ is showing the whole world no pain is touching the Guru whilst they are standing upon the boiling hot plate। ਹਾਂਜੀ, ਅਜਮਤ ਨਹਿ ਜਾਣਹਿ ਕਿਵੇਂ ਇਹੀ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਪਾਪੀ ਨੂੰ ਕੋਈ ਸਾਡੇ ਅੰਦਰ ਦੀ ਅਜ਼ਮਤ ਨਹੀਂ ਅਸੀਂ ਜਾਣਨ ਦੇਣਾ। ਪਰੇ ਫਲੂ ਹੈ ਸਗਰੀ ਦੇਹੀ, ਸਾਰੇ ਸਰੀਰ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਛਾਲੇ ਪੈ ਗਏ ਹਨ। ਫੇਰ ਨਹੀਂ ਪ੍ਰਤੀਤ ਉਪਾਵੈ, ਇਹ ਜਿਹੜਾ ਚੰਦੂ ਪਾਪੀ ਹੈ ਇਹ ਦੇਖਦਾ ਆ, ਪਰ ਇਹਦੇ ਅੰਦਰ ਪ੍ਰਤੀਤੀ ਨਹੀਂ ਵੱਜਦੀ ਹੈ ਮਹਾਰਾਜ ਤੇ। ਜਾਂ ਤੇ ਆਪਣੋ ਦੁਖ ਦਿਖਰਾਵੇ, ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰੋਂ ਇਹ ਛਾਲੇ ਵਿਖਾ ਰਹੇ ਆ, ਇਸੇ ਕਰਕੇ ਇਸ ਚੰਦੂ ਨੂੰ ਇਹ ਨਹੀਂ ਪਤਾ ਇਹ ਚਮੜੀ ਵੇਖ ਰਿਹਾ ਆ, ਪਰ ਸੱਚੇ ਪਾਤਸ਼ਾਹ ਜੀ ਤਾਂ ਬ੍ਰਹਮ ਸਰੂਪ ਆ ਨਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਪ੍ਰਤੱਛ ਹਿਰਦੈ ਗੁਰੂ ਅਰਜਨ ਕੈ ਹਰਿ ਪੂਰਨ ਬ੍ਰਹਮ ਨਿਵਾਸ ਲਿਓ। ਗੁਰੂ ਅਰਜਨ ਦੇਵ ਜੀ ਤਾਂ ਰੱਬ ਦੀ ਨਿਰੰਜਣੀ ਜੋਤ ਆ, ਜਿਸ ਜੋਤ ਨੂੰ ਸ਼ਸਤਰ ਨਹੀਂ ਕੱਟ ਸਕਦਾ ਉਹ ਪਾਪੀ ਚੰਦੂ, ਜਿਸ ਜੋਤ ਨੂੰ ਅੱਗ ਨਹੀਂ ਜਲਾ ਸਕਦੀ, ਜਿਸ ਜੋਤ ਨੂੰ ਜਿਹੜਾ ਪਾਣੀ ਆ ਉਹ ਗਵਾ ਨਹੀਂ ਸਕਦਾ, ਉਹ ਜੋਤ ਹੈ ਨਿਰੰਜਣੀ ਅਕਾਲ ਪੁਰਖ ਦੀ। ਗੁਰੂ ਅਰਜਨ ਦੇਵ ਜੀ is the light of God. On the body you can see the ulcers, but there is no one born who can kill the Guru. Our Guru is not a human being, yaad rakho. The Guru is not a human being. The Guru is the light of God. ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤ ਰੂਪ ਹੋ ਕੇ ਸਾਰੇ ਤਸੀਹੇ ਝੱਲਦੇ ਪਏ ਹਨ। ਰਹੇ ਜਾਮ ਲਗ ਠਾਂਡੇ ਉੱਪਰ, 3 ਘੰਟੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਤਪਦੀ ਹੋਈ ਲੋਹ ਤੇ ਅਡੋਲ ਖੜੇ ਰਹੇ ਨੇ। 3 hours ਧੰਨ ਗੁਰੂ ਅਰਜਨ ਦੇਵ ਜੀ stood upon that burning hot low, upon the burning hot plate। 3 ਘੰਟਿਆਂ ਤੱਕ ਇਹ ਚੰਦੂ ਨੇ ਤਸੀਹੇ ਦਿੱਤੇ ਹਨ। ਹੁਣ ਉਤਰਾਏ ਥਿਰ ਗੁਰ ਭੂ ਪਰ, ਫਿਰ ਉਸ ਨੇ ਆਖਿਆ ਗੁਰੂ ਸਾਹਿਬ ਜੀ ਨੂੰ ਕਿ ਇਸ ਲੋਹ ਤੋਂ ਥੱਲੇ ਉਤਰੋ। then he gets Guru Arjan Dev Ji to come off the burning hot plate। ਹਾਂਜੀ, ਬਚਿਓ ਹਿਰਦੇ ਬਹੁ ਚਿਤਹਿ ਉਪਾਇਆ, ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜਿਹੜੇ ਆ ਤੱਤੀ ਲੋਹ ਤੇ ਆ, ਪਰ ਅੱਗ ਚੰਦੂ ਨੂੰ ਲੱਗੀ ਹੋਈ ਹੈ। ਇਹ ਯਾਦ ਰੱਖਣਾ, ਗੁਰੂ ਅਰਜਨ ਦੇਵ ਜੀ ਮਹਾਰਾਜ ਤਪਦੀ ਹੋਈ ਲੋਹ ਤੇ ਅਡੋਲ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਉਬਲਦੀ ਹੋਈ ਦੇਗ ਵਿੱਚ ਅਡੋਲ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਤਪਦੇ ਹੋਏ ਰੇਤੇ ਵਿੱਚ ਅਡੋਲ ਨੇ, ਪਰ ਚੰਦੂ ਪਾਪੀ ਦੇ ਅੰਦਰ ਦੀ ਅੱਗ ਨੂੰ ਕੋਈ ਵੀ ਬੁਝਾ ਨਹੀਂ ਸਕਦਾ। ਚੰਦੂ ਪਾਪੀ ਦੇ ਅੰਦਰ ਭਾਂਬੜ ਮੱਚਦੇ ਪਏ ਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਪਚ ਗਿਆ ਹੈ। ਇਹ ਦੇਖਦਾ ਆ ਕਿ ਗੁਰੂ ਸਾਹਿਬ ਜੀ ਅਡੋਲ ਹਨ। ਬੋਲਿਓ ਨਹੀਂ ਤਰਾਸ ਨਹਿ ਪਾਇਆ, ਕਹਿੰਦਾ ਸੱਚੇ ਪਾਤਸ਼ਾਹ ਜੀ ਡੋਲਦੇ ਨਹੀਂ, ਨਾ ਸੱਚੇ ਪਾਤਸ਼ਾਹ ਜੀ ਨੂੰ ਦੁੱਖ ਲੱਗਦਾ ਹੈ। Guru Sahib Ji is sitting upon the burning hot plate, but even though Guru Ji is sitting upon the burning hot plate, even though Guru Ji has been boiled alive, even though Guru Ji has had hot sand poured over their body, Chandu is the one who's on fire. Sache Padshah Ji Maharaj is not on fire. They are the light of God. Even then they are cooler than cool. Even then no one can set their inside on fire. ਚੰਦੂ ਜਿਹੜਾ ਹੈ ਉਹਦੇ ਅੰਦਰ ਅੱਗ ਲੱਗੀ ਹੈ,
ਕਿ ਸੱਚੇ ਪਾਤਸ਼ਾਹ ਜੀ ਬੋਲਦੇ ਨਹੀਂ ਨਾ ਡੋਲਦੇ ਹਨ। ਕੌਣ ਯਤਨ ਕਰ ਇਸੇ ਮਨਾਵਾਂ। ਤੇ ਚੰਦੂ ਸੋਚਦਾ ਆ ਕਿਹੜੀ ਮੈਂ ਕੁਝ ਹੀ ਹਰਕਤ ਕਰਾਂ, ਕਿਹੜਾ ਮੈਂ ਪਾਪ ਕਰਾਂ ਜਿਹਦੇ ਨਾਲ, ਕਿਹੜਾ ਮੈਂ ਤਸੀਹਾ ਦਿਆਂ ਜਿਹਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਡੋਲ ਜਾਣ। ਉਹ ਸੰਕਟ ਐਸੋ ਦਿਖਰਾਵਾਂ। ਕੋਈ ਇਹੋ ਜਿਹਾ ਦੁੱਖ ਮੈਂ ਗੁਰੂ ਸਾਹਿਬ ਜੀ ਨੂੰ ਦਿਖਾਵਾਂ ਜਿਸ ਤੇ ਅਦਕ ਤਰਾਸ ਕੋ ਪਾਰ। ਜਿਹਦੇ ਕਰਕੇ ਇਹਨਾਂ ਨੂੰ ਡਰ ਲੱਗੇਗਾ, ਜਿਹਦੇ ਕਰਕੇ ਇਹਨਾਂ ਨੂੰ ਭੈ ਲੱਗੇਗਾ, ਜਿਹਦੇ ਕਰਕੇ ਇਹ ਮੰਨ ਜਾਣਗੇ। ਬੋਲੇ ਤਤਛਿਨ ਮੌਨ ਹਟਾਏ। ਉਸ ਵੇਲੇ ਉਹ ਬੈਠਾ ਸੀ ਚੁੱਪ ਹੋ ਕੇ, ਫਿਰ ਬੋਲਿਆ ਚੰਦੂ ਪਾਪੀ, ਇਹ ਬੜ ਧਰਮੀ ਧਰਮ ਸੰਭਾਰੈ। ਇਹ ਬਹੁਤ ਜ਼ਿਆਦੇ ਧਰਮ ਦੇ ਇਹ ਰਾਖੇ ਨੇ ਤੇ ਆਪਣੇ ਧਰਮ ਦੀ ਰੱਖਿਆ ਕਰਦੇ ਹਨ। ਪ੍ਰਾਨ ਜਾਤ ਲਉ ਨਹੀਂ ਨਿਵਾਰੈ। ਆਪਣੀ ਜਾਨ ਵਾਰ ਕੇ ਵੀ ਧਰਮ ਦੀ ਰਾਖੀ ਕਰਨ ਵਾਲੇ ਲੱਗਦੇ ਆ ਮੈਨੂੰ। ਈਵਨ ਚੰਦੂ acknowledges Guru Ji will give their life, Guru Ji will give their body, but they will never give up righteousness. ਧਰਮ ਨਹੀਂ ਛੱਡਣਾ ਸੱਚੇ ਪਾਤਸ਼ਾਹ ਨੇ। ਇਹ ਚੰਦੂ ਪਾਪੀ ਵੀ ਮੰਨ ਗਿਆ ਹੈ। ਜਾਂ ਤੇ ਧਰਮ ਹਰਨ ਕੋ ਤਰਾਸਾ। ਹੁਣ ਸੋਚਦਾ ਕਿ ਇਹਨਾਂ ਨੂੰ ਧਰਮ ਸੰਕਟ ਦੇ ਵਿੱਚ ਪਾ ਦਿਆਂ। ਦਿਖਰਾਵਾਂ ਪੁਰਬ ਆਸਾ। ਮੈਂ ਕੋਈ ਨਾ ਕੋਈ ਇਹਨਾਂ ਨੂੰ ਇਹੋ ਜਿਹਾ ਤਸੀਹਾ ਦੇ ਦਿਆਂ, ਇਹਦੇ ਮਨ ਦੇ ਵਿੱਚ ਇਹ ਆਸ ਜਾਗਦੀ ਹੈ। He is thinking, let me give them such a tasiya, let me give them such another punishment, another torture by which I can break the willpower of Dhan Guru Arjan Dev Ji. ਨਿਮ ਨਿਸ਼ਚੈ ਕਰ ਮੂਰਖ ਮਾਨੇ। ਇਸ ਤਰ੍ਹਾਂ ਫਿਰ ਉਹ ਮੂਰਖ ਜਿਹੜਾ ਹੈ ਆਪਣੇ ਮਨ ਦੇ ਵਿੱਚ ਨਿਸ਼ਚੈ ਕਰਕੇ ਮੰਨਦਾ ਹੈ। ਕਹੀ ਸਿਪਾਹਨ ਕੇ ਸੰਗ ਬਾਨੇ। ਆਪਣੇ ਸਿਪਾਹੀਆਂ ਨਾਲ ਇਹ ਉੱਚੀ ਉੱਚੀ ਗੱਲ ਕਰਦਾ ਹੈ। ਇੱਕ ਚੱਲ ਜਾਹੋ ਚੰਡਾਲਨ ਪਾਸ। ਜਾਓ ਜਾ ਕੇ ਚਲੇ ਜਾਓ, ਜਿਹੜੇ ਚਮੜੇ ਦਾ ਕੰਮ ਕਰਦੇ ਆ, ਜਿਹੜਾ ਪਸ਼ੂਆਂ ਦੀ ਖੱਲ ਉਤਾਰਦੇ ਆ, ਉਹਨਾਂ ਦੇ ਕੋਲ ਜਾ ਕੇ ਚਲੇ ਜਾਓ। At that time, Chandu says to one of his shipahi, to one of his soldiers, go and find those people who take the leather of dead animals. ਉਹਨਾਂ ਨੂੰ ਜਾ ਕੇ ਬੁਲਾਉਣਾ ਕਰੋ। ਆਜ ਭਈ ਕੋ ਗਊ ਵਿਨਾਸ਼। ਉਹਨਾਂ ਨੂੰ ਪੁੱਛੋ ਕਿ ਅੱਜ ਕੋਈ ਗਊ ਜਿਹੜੀ ਆ ਉਹ ਮਰੀ ਹੈ, ਅੱਜ ਕਿਸੇ ਗਊ ਦੀ ਹੱਤਿਆ ਹੋਈ ਹੈ। ਇਸ ਕੋ ਚਰਮ ਉਤਾਰਤ ਲਿਆਵੋ। ਉਹਦੀ ਜਿਹੜੀ ਚਮੜੀ ਆ ਉਹਨੂੰ ਉਤਾਰ ਕੇ ਲਿਆਉਣਾ ਕਰੋ। At that time, Chandu says to his soldiers, go and bring the leather of a cow which has just been killed. ਹਾਂਜੀ। ਸਭ ਸਰੀਰ ਇਸ ਕੋ ਮੜਵਾਵੋ। ਫਿਰ ਉਸ ਚੰਦੂ ਪਾਪੀ ਨੇ ਆਖਿਆ, ਇਸ ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸਰੀਰ ਛਾਲਿਆਂ ਦੇ ਨਾਲ ਗੁਰੂ ਕੇ ਪਿਆਰਿਓ ਤਪਦਾ ਪਿਆ ਆ, ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਇਸ ਗਊ ਦੀ ਚਮੜੀ ਵਿੱਚ ਮੜਨਾ ਹੈ। ਇਹ ਚੰਦੂ ਨੇ ਤਸੀਹਾ ਸੋਚਿਆ ਹੈ। Chandu has now thought of the last type of torture which he wants to give to the Guru. He is going to sew the body of the Guru, which is covered from head to toe in ulcers, in the hide of a cow which has just been killed. Guru ke pyareo, ਇਹ ਅਖੀਰਲਾ ਜਿਹੜਾ ਤਸੀਹਾ ਚੰਦੂ ਨੇ ਸੋਚਿਆ ਹੈ। ਸਤਿਗੁਰ ਸ਼ਰੋਨ ਸੁਨਾਏ ਬਖਾਨਾ। ਉੱਚੀ ਬੋਲਦਾ ਆ ਤਾਂ ਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਸੁਣਾਈ ਦੇਵੇ। He says it out loud because he is trying to scare ਧੰਨ ਗੁਰੂ ਅਰਜਨ ਦੇਵ ਜੀ। ਹੋਰ ਹੋਤ ਲਿਆਵੋ ਇਸ ਥਾਨਾ। ਉਸ ਵੇਲੇ ਚੰਦੂ ਨੇ ਆਖਿਆ, ਸਵੇਰ ਹੁੰਦਿਆਂ ਸਾਰ ਉਸ ਗਊ ਦੀ ਚਮੜੀ ਨੂੰ ਇੱਥੇ ਲਿਆ ਕੇ ਰੱਖੋ। ਬੈਠ ਨਿਕਟ ਦੁਖ ਦਿਓ ਮਹਾਨਾ। ਫੇਰ ਉਹ ਕਹਿੰਦਾ ਕਿ ਮੈਂ ਸਾਹਮਣੇ ਬੈਠ ਕੇ ਗੁਰੂ ਸਾਹਿਬ ਜੀ ਨੂੰ ਇਹ ਤਸੀਹੇ ਹੁੰਦਿਆਂ ਦੇਖ ਕੇ ਖੁਸ਼ ਹੋਵਾਂਗਾ, ਮੈਂ ਦੁੱਖ ਦੇਵਾਂਗਾ ਗੁਰੂ ਸਾਹਿਬ ਨੂੰ। ਧਰਮ ਵਿਗਾਰ ਪ੍ਰਾਨ ਪੁਨਹਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਧਰਮ ਨੂੰ ਨਸ਼ਟ ਕਰਕੇ, ਉਹਨਾਂ ਦੇ ਧਰਮ ਨੂੰ ਵਿਗਾੜ ਕੇ ਤੇ ਫਿਰ ਉਹਨਾਂ ਦੀ ਮੌਤ ਹੋਵੇਗੀ, ਚੰਦੂ ਸੋਚਦਾ ਹੈ। ਜਿਮ ਕਹੇ ਮੂਰਖ ਸਾਧਨ ਸਿਧਾਰਾ। ਇਸ ਤਰ੍ਹਾਂ ਕਹਿ ਕੇ ਚੰਦੂ ਜਿਹੜਾ ਆਪਣੇ ਘਰ ਨੂੰ ਪਰਤਦਾ ਹੈ। ਕ੍ਰੋਧੀ ਕਪਟੀ ਬੜ ਹਥਿਆਰਾ। ਇਹ ਕ੍ਰੋਧ ਦੀ ਅੱਗ ਵਿੱਚ ਜਲਦਾ ਪਿਆ ਆ, ਕਪਟੀ ਹੈ, ਹਥਿਆਰਾ ਹੈ, ਬਹੁਤ ਵੱਡਾ ਪਾਪੀ ਹੈ। At this point, Guruji has now stood upon the burning hot plate, and the last thing which they are thinking is sewing the Guru from head to toe in the hide of a cow. ਹੁਣ ਪਿਆਰਿਓ, ਇਹ ਚੰਦੂ ਪਾਪੀ ਇਹ ਵਿਉਂਤ ਬੰਦੀਆਂ ਸੋਚਦਾ ਹੈ। ਸੋ ਦਿਨ ਗਇਓ ਬੀਤ ਨਿਸ ਆਈ। ਉਹ ਜਿਹੜਾ ਦਿਨ ਬਤੀਤ ਹੋ ਗਿਆ, ਰਾਤ ਆ ਗਈ ਹੈ। The night has come in the city of Lahore. ਛਾਇਓ ਸਭ ਜਗ ਤਮ ਸਮਦਾਈ। ਸਾਰੇ ਪਾਸੇ ਗੁਰੂ ਕੇ ਪਿਆਰਿਓ ਹਨੇਰਾ ਛਾ ਗਿਆ ਹੈ। Night has come in the city of Lahore. ਅਰਧ ਰਾਤ ਜਾਨੀ ਜਬ ਹੋਈ। ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਹੈ, when midnight comes, ਹਾਂਜੀ, ਦੁਖਾ ਅਗੀ ਕੀ ਸੁਨ ਸੁਨ ਸੋਈ। ਉਸ ਚੰਦੂ ਪਾਪੀ ਦੀ ਜਿਹੜੀ ਨਹੁੰ ਆ ਉਹ ਸੁਣਦੀ ਹੈ। ਇਹ ਨੂੰਹ ਜਿਹੜੀ ਸੁਣਦੀ ਹੈ ਕਿ ਗੁਰੂ ਸਾਹਿਬ ਜੀ ਨੂੰ ਇੰਨੇ ਤਸੀਹੇ ਦਿੱਤੇ ਗਏ। ਉਹ ਸੁਣਦੀ ਹੈ ਕਿ ਸੱਚੇ ਪਾਤਸ਼ਾਹ ਜੀ ਨੂੰ ਉਬਲਦੀ ਹੋਈ ਦੇਗ ਵਿੱਚ ਉਬਾਲਿਆ ਪਾਪੀਆਂ ਨੇ। ਸੱਚੇ ਪਾਤਸ਼ਾਹ ਜੀ ਦੇ ਛਾਲਿਆਂ ਉੱਤੇ, ਸਰੀਰ ਉੱਤੇ ਇਹਨਾਂ ਨੇ ਉਬਲਦਾ ਹੋਇਆ ਰੇਤਾ ਪਾਇਆ ਹੈ। ਫੇਰ ਸੁਣਦੀ ਹੈ
ਕਿ ਗੁਰੂ ਸਾਹਿਬ ਜੀ ਨੂੰ ਤੱਤੀ ਲੋਹ ਉੱਤੇ ਇਹਨਾਂ ਨੇ ਖੜਿਆਂ ਕਰਾਇਆ ਹੈ, ਫਿਰ ਇਹ ਸੁਣਦੀ ਹੈ ਕਿ ਕੱਲ ਨੂੰ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਇਹ ਗਊ ਦੀ ਚਮੜੀ ਦੇ ਵਿੱਚ ਮੜਾਇਆ ਜਾਣਾ ਹੈ। ਇਤਨੇ ਤਸੀਹੇ ਚੰਦੂ ਦੀ ਜਿਹੜੀ ਇਹ ਨੂੰਹ ਸੀ, ਇਹਦੇ ਨੇਤਰਾਂ ਵਿੱਚੋਂ ਨੀਰ ਵਹਿਣ ਲੱਗ ਪਿਆ। ਚੰਦੂ's daughter-in-law, ਰਿਮੈਂਬਰ, ਯਾਦ ਕਰੋ, ਚੰਦੂ ਦੀ ਨੂੰਹ ਜਿਹੜੀ ਸੀ ਇਹ ਸਿੱਖਾਂ ਦੀ ਧੀ ਸੀ। ਜਦੋਂ ਇਹ ਸੁਣਿਆ ਕਿ ਗੁਰੂ ਸਾਹਿਬ ਉੱਤੇ ਇੰਨਾ ਕਸ਼ਟ ਰਿਹਾ ਨਹੀਂ ਗਿਆ, ਸੀਨਾ ਜਿਹੜਾ ਉਹ ਉਸ ਵੇਲੇ ਗੁਰੂ ਕੇ ਪਿਆਰਿਓ ਇਹ ਇਸ ਤਰ੍ਹਾਂ ਆ ਜਿਵੇਂ ਲਹੂ ਦੇ ਅਥਰੂ ਕੇਰੇ ਨੇ ਉਸ ਵੇਲੇ ਚੰਦੂ ਦੀ ਨੂੰਹ ਨੇ। when she heard Chandu's daughter-in-law, remember she was a Sikh from a Sikh household, she hears at midnight the Guruji has gone through so much. Guru Sahib Ji Maharaj has been boiled alive. Guru Sahib Ji Maharaj has had hot sand poured upon their body. Guru Sahib Ji Maharaj has been made to stand up upon boiling hot plates. ਇੰਨਾ ਸੁਣ ਕੇ ਚੰਦੂ ਦੀ ਨੌ ਜਿਹੜੀ ਹੈ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਚੱਲ ਕੇ ਆਉਣ ਲਈ ਮਨ ਬਣਾਉਂਦੀ ਹੈ। ਸੰਕਟ ਮਹਾ ਪਾਏ ਕਰ ਰੋਈ, ਉਹ ਬਹੁਤ ਜ਼ਿਆਦਾ ਗੁਰੂ ਸਾਹਿਬ ਜੀ ਦੇ ਉੱਤੇ ਹੁੰਦੇ ਹੋਏ ਸੰਕਟ ਇਹ ਹੁੰਦਿਆਂ ਵੇਖ ਕੇ ਸੁਣ ਕੇ ਬਹੁਤ ਜ਼ਿਆਦਾ ਜ਼ਾਰੋ ਜ਼ਾਰ ਰੋਂਦੀ ਹੈ। she cries out in the night, ਇੰਨੇ ਦੁੱਖ ਇੰਨੇ ਤਸੀਹੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਖਾਨ ਪਾਨ ਗੁਰ ਕਰਹਿ ਨ ਕੋਈ, ਫਿਰ ਸੋਚਦੀ ਹੈ ਕਿ ਗੁਰੂ ਸਾਹਿਬ ਜੀ ਨੂੰ 5 ਦਿਨਾਂ ਤੋਂ ਨਾ ਕੁਝ ਖਾਣ ਵਾਸਤੇ ਦਿੱਤਾ ਹੈ, ਨਾ ਕੁਝ ਪੀਣ ਵਾਸਤੇ ਦਿੱਤਾ ਹੈ। The Guru has not only been boiled alive, the Guru has not only had hot boiling sand poured over his body, but the Guru has also had nothing to eat or drink for 5 days. ਹਾਂਜੀ, ਜਾਏ ਆਜ ਸੁਧ ਲੇਵਾ ਗੁਰ ਕੀ। ਹੁਣ ਇਹ ਸੋਚਦੀ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਜਾ ਕੇ ਮੈਂ ਗੁਰੂ ਸਾਹਿਬ ਜੀ ਦੀ ਖਬਰ ਲਵਾਂ, ਮੈਂ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਕੇ ਗੁਰੂ ਸਾਹਿਬ ਜੀ ਦਾ ਹਾਲ ਦੇਖਾਂ। ਸੁਨਹਿ ਕਹਾਂ ਸੁਨਹੁ ਸਭ ਉਰ ਕੀ, ਉਸ ਵੇਲੇ ਉਹਨੇ ਸੋਚਿਆ ਕਿ ਗੁਰੂ ਸਾਹਿਬ ਜੀ ਦੇ ਸਾਹਮਣੇ ਜਾ ਕੇ ਮੈਂ ਆਪਣੇ ਸਾਰੇ ਦਿਲ ਦੀ ਜਿਹੜੀ ਇਹ ਗੱਲ ਹੈ ਉਹ ਸੱਚੇ ਪਾਤਸ਼ਾਹ ਜੀ ਨੂੰ ਸੁਣਾਵਾਂਗੀ। ਹੋਰ ਕਿਹਨੂੰ ਸੁਣਾ ਸਕਦੀ ਹੈ? ਮੈਂ ਆਪਣੇ ਦਿਲ ਦਾ ਜਿਹੜਾ ਦੁੱਖ ਆ ਗੁਰੂ ਸਾਹਿਬ ਜੀ ਦੇ ਅੱਗੇ ਰੱਖਾਂਗੀ। ਸਭ ਤੇ ਚੋਰੀ ਚੱਲ ਕਰ ਆਈ, ਉਸ ਵੇਲੇ ਆਪਣੇ ਘਰਦਿਆਂ ਤੋਂ ਚੋਰੀ ਚੱਲ ਕੇ, ਕਿਉਂਕਿ ਸਿੱਖਾਂ ਦੀ ਧੀ ਹੈ ਨਾ, ਬਹਾਦਰੀ ਹੈ ਫਿਰ ਵੀ ਇਸ ਦੇ ਅੰਦਰ, ਭਾਵੇਂ ਪਾਪੀਆਂ ਦੇ ਘਰ ਵਿਆਹੀ ਹੋਈ ਹੈ। ਤੇ ਮੈਂ ਬੇਨਤੀ ਕਰਾਂ, ਮੇਰੀ ਆਪਣੀ ਜ਼ਿੰਦਗੀ ਵਿੱਚ ਮੈਂ ਇਸ ਚੀਜ਼ ਨੂੰ ਵੇਖਿਆ, ਜਿਸ ਘਰ ਦੇ ਅੰਦਰ ਰੱਬ ਦਾ ਨਾਂ ਨਹੀਂ ਸੀ ਨਾ ਲਿਆ ਜਾਂਦਾ, ਉਸ ਘਰ ਦੇ ਵਿੱਚ ਗੁਰੂ ਨਾਨਕ ਦੀ ਧੀ ਇੱਕ ਜਦੋਂ ਆ ਜਾਂਦੀ ਹੈ, ਉਸ ਘਰ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਸਕਦਾ ਹੈ। ਇਤਨੀ ਸ਼ਕਤੀ ਹੈ ਗੁਰੂ ਨਾਨਕ ਦੀ ਸਪੁੱਤਰੀ ਵਿੱਚ। ਇਹ ਮੈਂ ਅੱਤ ਕਥਨੀ ਨਹੀਂ ਕਹਿੰਦਾ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਜਿਨ੍ਹਾਂ ਘਰਾਂ ਅੰਦਰ ਸ਼ਰਾਬ ਦੇ ਠੇਕੇ ਹੀ ਜਿਹੜੇ ਘਰ ਬਣ ਗਏ ਸੀ, ਉਹਨਾਂ ਘਰਾਂ ਅੰਦਰ ਅੱਜ ਕੀਰਤਨ ਦੀਵਾਨ ਹੋ ਰਿਹਾ। ਜਿਨ੍ਹਾਂ ਘਰਾਂ ਅੰਦਰ ਦਿਨ ਰਾਤ ਕੁੱਟ ਮਾਰ ਚੱਲਦੀ ਸੀ, ਸੱਚੀ ਗੱਲ ਮੈਂ ਅੱਤ ਕਥਨੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਡਰ ਕੇ ਮਹਾਰਾਜ ਤੋਂ ਕਹਿ ਰਿਹਾ, ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਗੁਰੂ ਨਾਨਕ ਸਾਹਿਬ ਜੀ ਦੀ ਉਸ ਪੁੱਤਰੀਓ, ਤੁਹਾਡੇ ਵਿੱਚ ਬੜੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਕਤੀ ਭਰੀ ਹੋਈ ਹੈ। ਬਾਣੀ ਦਾ ਪੱਲਾ ਨਾ ਛੱਡੋ, ਤੁਹਾਡਾ ਘਰ ਹੀ ਗੁਰੂ ਨਾਨਕ ਦਾ ਘਰ ਬਣ ਜਾਏਗਾ। ਸੱਚੀ ਮੈਂ ਕਹਿ ਰਿਹਾ, ਸਿਦਕ ਆਪਣਾ ਛੋਟਾ ਨਾ ਰੱਖੋ, ਬਹੁਤ ਵੱਡਾ ਸਿਦਕ ਰੱਖੋ। ਬੀਬੀ ਅਮਰੋ ਦੀ ਜ਼ੁਬਾਨ ਤੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਪਹੁੰਚ ਗਏ ਸੀ। ਐਡੀ ਵੱਡੀ ਸ਼ਕਤੀ ਹੈ ਗੁਰੂ ਨਾਨਕ ਦੀ ਧੀ ਵਿੱਚ। ਇਹ ਮੈਂ ਕੇਵਲ ਖੁਸ਼ਾਮਦੀ ਨਹੀਂ ਕਹਿ ਰਿਹਾ, ਇਹ ਸੱਚ ਹੈ, ਰੀਅਲੀ ਹੈ। Even though she was married into the house of Chandu Papi, but she was a daughter of a Sikh. She's had that bravery inside her. ਅੱਧੀ ਰਾਤ ਵੇਲੇ ਕਿਹੜੀ ਉਹ ਬੀਬੀ ਹੈ ਜੋ ਅੱਧੀ ਰਾਤ ਨੂੰ ਕੱਲਿਆਂ ਤੁਰ ਕੇ ਤੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਸਕਦੀ ਹੈ? ਸਿੱਖ ਦੀ ਧੀ ਹੀ ਕਰ ਸਕਦੀ ਹੈ ਕਾਰਨਾਮਾ, ਹੋਰ ਕੋਈ ਨਹੀਂ ਕਰ ਸਕਦੀ। ਸਿੱਖ ਦੀ ਧੀ ਦੇ ਅੰਦਰ ਹੀ ਇੰਨੀ ਦਲੇਰੀ ਹੈ। The daughter of a Sikh has that much power in the middle of midnight. Look how brave she is. I know in my life I have seen those houses which were pubs in themselves, which were like full of alcohol. In those houses now, the daughter of Guru Nanak comes, one strong Sikh woman comes, sings Gurbani day and night. In those same houses now there is the prakash of Guru Granth Sahib. That is how powerful you are, O daughter of Guru Nanak. That is how much power he has given to you. ਪਿਆਰਿਓ, ਸਿੱਖਾਂ ਦੀ ਧੀ ਹੈ, ਦਲੇਰੀ ਨਾਲ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਜਾਂਦੀ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ। ਹਰੇ ਸਿਪਾਹੀ ਝਿਰਕ ਹਟਾਈ, ਉਸ ਵੇਲੇ ਇਸ ਬੀਬੀ ਨੇ
ਇਹ ਜਦੋਂ ਸਿਪਾਹੀ ਦੇਖਿਆ ਉਹ ਝਿੜਕਦੇ ਨੇ, ਉਹ ਬੋਲਦੇ ਨੇ ਅੱਧੀ ਰਾਤ ਨੂੰ ਤੂੰ ਇੱਥੇ ਆ ਗਈ ਹੈ। ਉਸ ਵੇਲੇ ਮੰਦੇ ਬੋਲ ਬੋਲਦੇ ਨੇ। ਸਭ ਕੰਚਨ ਕੇ ਭੂਖਨ ਦੀਨ। ਫਿਰ ਉਸ ਨੇ ਕੀ ਕੀਤਾ, ਉਹਨੇ ਆਪਣੀ ਝੋਲੀ ਵਿੱਚੋਂ ਸੋਨੇ ਦੇ ਜ਼ੇਵਰ ਕੱਢੇ, ਸਿਪਾਹੀਆਂ ਦੇ ਹੱਥ ਤੇ ਰੱਖੇ। ਤੇ ਪਿਆਰਿਓ, ਮੈਂ ਬੇਨਤੀ ਕਰਾਂ, ਲੋਭੀ ਬੰਦੇ ਨੂੰ ਬਸ ਇਹੀ ਮਾਇਆ ਦੀ ਝਲਕ ਜਿਹੜੀ ਹੈ ਉਹ ਖਾਮੋਸ਼ ਕਰਕੇ ਰੱਖ ਦਿੰਦੀ। ਰੱਬ ਦੇ ਪਿਆਰੇ ਨੂੰ ਰੱਬ ਦੀ ਗੱਲ ਚਾਹੀਦੀ ਹੈ, ਜੱਗ ਦੇ ਪਿਆਰੇ ਨੂੰ ਜੱਗ ਦਾ ਸਮਾਨ ਚਾਹੀਦਾ ਹੁੰਦਾ। ਉਸ ਵੇਲੇ ਪਿਆਰਿਓ, ਇਹ ਜਦੋਂ ਸੋਨੇ ਦੀ ਚਮਕ ਦੇਖੀ, ਅੱਖਾਂ ਧੁੰਦਿਆ ਗਈਆਂ, ਚੁੱਪ ਕਰ ਗਏ ਨੇ ਸਿਪਾਹੀ। ਗੁਰੂ ਕੇ ਪਿਆਰਿਓ ਇੱਕਦਮ ਕਹਿੰਦੇ ਨੇ, ਜਾ ਤੂੰ ਲੰਘ ਜਾ ਗੁਰੂ ਸਾਹਿਬ ਜੀ ਦੇ ਕੋਲ। ਅੰਤਰ ਬਰੀ ਦਰਸ ਗੁਰ ਕੀਨ। ਉਹ ਅੰਦਰ ਆ ਗਈ ਹੈ ਹਵੇਲੀ ਦੇ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ। she bribes the soldiers and she walks through into the house and sees ਧੰਨ ਗੁਰੂ ਅਰਜਨ ਦੇਵ ਜੀ। ਹਾਥ ਜੋਰ ਤਬ ਖਰੀ ਵਿਚਾਰੀ। ਹੱਥ ਜੋੜ ਕੇ ਫਿਰ ਵਿਚਾਰੀ ਇਹ ਖੜੀ ਹੋ ਜਾਂਦੀ ਹੈ ਗੁਰੂ ਸਾਹਿਬ ਦੇ ਅੱਗੇ। ਕੋਈ ਚਾਰਾ ਨਹੀਂ ਨਾ ਚੱਲਦਾ, ਇਸ ਕਰਕੇ ਕਵੀ ਜੀ ਕਹਿ ਰਹੇ ਨੇ ਵਿਚਾਰੀ, ਕਿਉਂਕਿ ਉਸ ਵੇਲੇ ਕੁਝ ਹੱਥ 'ਚ ਨਹੀਂ ਹੈ। ਦੋਵੇਂ ਹੱਥ ਜੋੜ ਕੇ she puts her hands together in front of the Guru and she stands there। ਹਾਂਜੀ, ਮੈਂ ਅਪਰਾਧਨ ਪ੍ਰਭੂ ਤੁਮਾਰੀ। ਨੇਤਰਾਂ ਵਿੱਚ ਨੀਰ ਹੈ। ਆਓ ਥੋੜਾ ਦੇਖੀਏ। ਗੁਰੂ ਸਾਹਿਬ ਜੀ ਬੈਠੇ ਨੇ, ਸਾਰੇ ਸਰੀਰ ਉੱਤੇ ਛਾਲੇ ਨੇ, ਸਰੀਰ ਵਿੱਚੋਂ ਨਿਮਾ ਨਿਮਾ ਜਿਹੜਾ ਖੂਨ ਉਹ ਸਿੰਮਦਾ ਪਿਆ ਆ। ਧੰਨ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਉੱਤੇ ਉਹੀ ਰੌਣਕ ਹੈ ਸ਼੍ਰੀ ਹਰਿਮੰਦਰ ਸਾਹਿਬ ਵਾਲੀ। ਖੜੀ ਹੈ ਹੱਥ ਜੋੜ ਕੇ, ਕਹਿੰਦੀ ਸੱਚੇ ਪਾਤਸ਼ਾਹ ਗੋਬਿੰਦ, ਹਮ ਐਸੇ ਅਪਰਾਧੀ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। हे ਸੱਚੇ ਪਾਤਸ਼ਾਹ, ਇਹ ਨੀਚ ਕਰਮ ਹਰ ਮੇਰੇ। हे ਸੱਚੇ ਪਾਤਸ਼ਾਹ, ਮੈਂ ਪਾਪਣ ਹਾਂ, ਮੈਂ ਪਾਪ ਕੀਤੇ ਨੇ, ਮੈਂ ਅਪਰਾਧਣ ਹਾਂ, ਮੈਂ ਅਪਰਾਧ ਕੀਤੇ ਆ, ਮੈਂ ਪਾਪ ਕੀਤੇ ਆ, ਮੈਨੂੰ ਬਖਸ਼ ਲਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, हे ਪ੍ਰਭੂ, हे ਵਾਹਿਗੁਰੂ ਦਾ ਰੂਪ, हे ਨਿਰੰਕਾਰ ਦੀ ਸਰਗੁਣ ਮੂਰਤ ਧੰਨ ਗੁਰੂ ਅਰਜਨ ਦੇਵ, ਮੈਨੂੰ ਬਖਸ਼ ਲਓ। Forgive my sins। Imagine she is standing there, her lips are trembling as she speaks। Guruji, imagine you can see the Guru sitting in front of you, not sitting here in Fremont, we are in Lahore। The body of Guru Arjan Dev Ji is full of ulcers, and that daughter-in-law of Chandu is standing there, her hands put together, and she is saying, Guruji, forgive me। ਵਾਰ ਵਾਰ ਚੰਦੂ ਦੀ ਨਹੁੰ ਕਹਿ ਰਹੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਮੈਨੂੰ ਬਖਸ਼ ਲਓ। ਕਸ਼ਟ ਇਤੇ ਸੁਨ ਜੀਵਤ ਰਹੀ। ਮਹਾਰਾਜ, ਤੁਹਾਡੇ ਉੱਤੇ ਇੰਨੇ ਕਸ਼ਟ ਹੋ ਰਿਹਾ ਤੇ ਮੈਂ ਜਿਉਂਦਾ ਰਹਿ ਗਈ ਹਾਂ, ਮੈਂ ਜਿਉਂਦੀ ਰਹਿ ਗਈ ਹਾਂ, ਮੈਨੂੰ ਬਖਸ਼ ਲਓ। ਇਤਨਾ ਤੁਹਾਡਾ ਦੁੱਖ ਸੁਣ ਕੇ ਤੇ ਮੈਂ ਪ੍ਰਾਣ ਨਹੀਂ ਛੱਡੇ, ਮੈਨੂੰ ਬਖਸ਼ ਲਓ। ਮਹਾਰਾਜ, ਕਿੱਡਾ ਵੱਡਾ ਅਕੀਦਾ ਆ ਉਸ ਸਿੱਖ ਦੀ ਧੀ ਦਾ। ਅੱਜ ਸਿੱਖਾ, ਤੂੰ ਗੁਰੂ ਦੀ ਗੱਲ ਸੁਣ ਕੇ ਅੰਦਰ ਭਿੱਜਦਾ ਨਹੀਂ, ਇਹ ਨਹੀਂ ਅੰਦਰ ਆਉਂਦਾ ਚਾਹ ਕਿ ਮੈਂ ਗੁਰੂ ਨਾਨਕ, ਅੱਜ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੈ, ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ, ਗੁਰੂ ਅਰਜਨ ਦੇਵ ਜੀ ਦੀ ਗੋਦ 'ਚ ਬੈਠ ਕੇ ਇੱਕ ਸੁਖਮਣੀ ਪੜ੍ਹ ਲਵਾਂ, ਅੱਜ ਮੈਂ ਬੈਠ ਕੇ 5-10 ਮਿੰਟ ਸਿਮਰਨ ਕਰ ਲਵਾਂ ਗੁਰੂ ਨੂੰ ਯਾਦ ਕਰਕੇ। ਸਿੱਖ ਦੀ ਧੀ ਕਹਿ ਰਹੀ ਹੈ, ਤੁਹਾਡਾ ਦੁੱਖ ਸੁਣ ਕੇ ਮੈਂ ਜਿਉਂਦੀ ਕਿਉਂ ਹਾਂ। ਇਤਨੇ ਇਹਨੂੰ ਕਹਿੰਦੇ ਨੇ ਪਿਆਰ, ਇਹਨੂੰ ਕਹਿੰਦੇ ਨੇ ਪ੍ਰੇਮ, ਇਹਨੂੰ ਕਹਿੰਦੇ ਨੇ ਹਕੀਕੀ ਇਸ਼ਕ। ਹਾਂਜੀ, ਦੁਸ਼ਟ ਕੁਟੰਬ ਤਜਿਓ ਮੈਂ ਨਹੀਂ। ਮੈਂ ਇਸ ਪਾਪੀ ਦੇ ਪਰਿਵਾਰ ਨੂੰ ਛੱਡ ਨਹੀਂ ਸਕਦੀ ਮਹਾਰਾਜ, ਚਲੈ ਨਹੀਂ ਕੁਛ ਮੋਰੋ ਚਾਰਾ। ਮੇਰਾ ਕੁਝ ਚਾਰਾ ਨਹੀਂ ਚੱਲਦਾ ਮਹਾਰਾਜ ਜੀ। ਨਿਜ ਮਰਨੋ ਇੱਕ ਹਾਥ ਮਝਾਰਾ। ਬਸ ਇਹ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇਹ ਵਰ ਬਖਸ਼ਿਆ ਹੈ ਕਿ ਜਦੋਂ ਸੱਚਖੰਡ ਨੂੰ ਜਾਓਗੇ ਮੈਨੂੰ ਨਾਲ ਲੈ ਕੇ ਜਾਓਗੇ। ਬਸ ਆਪਣੀ ਮੌਤ ਹੈ, ਮੈਂ ਆਪਣੀ ਜ਼ਿੰਦ ਹੀ ਕੁਰਬਾਨ ਕਰ ਸਕਦੀ ਹਾਂ, ਮੇਰੇ ਹੱਥ ਵਿੱਚ ਹੋਰ ਕੁਝ ਨਹੀਂ ਹੈ। ਸੋ ਸਤਿਗੁਰ ਬੋਲੇ ਸੁਖਦਾਇਕ। ਸੱਚੇ ਪਾਤਸ਼ਾਹ ਜੀ ਸੁੱਖਾਂ ਦੇ ਦਾਤੇ ਗੁਰੂ ਅਰਜਨ ਦੇਵ ਜੀ ਧੀਰਜ ਦੇ ਕੇ ਬੋਲਦੇ ਆ। Chandu's daughter-in-law says, I have nothing else I can do. What can I do? I can only give my life for you. Guru Arjan Dev Ji Maharaj is now going to answer back, ਹਾਂਜੀ ਨਹੀਂ ਸੁਤਾ ਤੂੰ ਇਸ ਘਰ ਲਾਇਕ। ਮਹਾਰਾਜ ਜੀ ਕਹਿੰਦੇ ਇਸ ਪਾਪੀ ਦੇ ਘਰ ਵਿੱਚ ਰਹਿਣ ਦੀ ਤੂੰ ਯੋਗ ਨਹੀਂ ਹੈ। ਕੋਈ ਪ੍ਰਭਾਤ ਕਰਹਿ ਤਬ ਤਿਆਰੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਨਾ ਕੱਲ ਸਵੇਰੇ ਆਪਣੀ ਤਿਆਰੀ ਕਰ ਲਈ। ਚੱਲ ਚਾਹੇ ਚੱਲ ਸੰਗ ਹਮਾਰੀ। ਜੇ ਤੂੰ ਚਾਹੁੰਦੀ ਹੈ ਕਿ ਸਾਡੇ ਨਾਲ ਸੱਚਖੰਡ ਜਾਣਾ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਤਿਆਰੀ ਕਰ ਲੈ। Guru Arjan Dev Ji Maharaj says to the daughter-in-law of Chandu, tomorrow morning we are going to go to Sachkhand. If you want to go with me, make sure you are ready in the morning. Going to Sachkhand means dying, this physical body dying. If you are ready to leave,
ਸਿੱਖ ਦੀ ਧੀ ਨੂੰ ਗੁਰੂ ਸਾਹਿਬ ਜੀ ਕਿਤਨਾ ਅੰਦਰੋਂ ਪਿਆਰ ਕਰਦੇ ਨੇ। ਕਹਿੰਦੇ ਧੀਏ ਸਵੇਰੇ ਤਿਆਰੀ ਕਰੀ, ਅਸੀਂ ਸੱਚਖੰਡ ਨੂੰ ਜਾਣਾ ਹੈ। ਬੋਲੀ ਸੇਵ ਜਥਾ ਮੈਂ ਲਾਇਕ। ਉਸ ਵੇਲੇ ਕਹਿੰਦੀ ਹੈ ਕਿ ਮਹਾਰਾਜ ਕੋਈ ਸੇਵਾ ਬਖਸ਼ੋ ਮੈਨੂੰ। ਕਹਿ ਦੀਜੈ ਸੋ ਕਰਾਂ ਸੁਭਾਏ। ਜੋ ਵੀ ਆਪ ਜੀ ਸੇਵਾ ਬਖਸ਼ੋਗੇ ਮੈਂ 7 ਬਚਨ ਕਹਿ ਕੇ ਮੰਨਾਂਗੀ। ਕਿਰਪਾ ਕਰੀ ਅਬ ਮੋਹਿ ਬਤਾਵਾ। ਮੇਰੇ ਉੱਤੇ ਕਿਰਪਾ ਕਰਕੇ ਕੋਈ ਵੀ ਸੇਵਾ ਦੱਸ ਦਿਓ। ਜਾਗੋ ਪ੍ਰਾਨ ਨ ਜੀਵਨ ਭਾਵਾ। ਸੱਚੇ ਪਾਤਸ਼ਾਹ ਮੈਂ ਤਿਆਰ ਹਾਂ, ਮੈਂ ਤਿਆਰ ਹਾਂ, ਮੈਂ ਤਿਆਰ ਹਾਂ। ਮੋਹਿ ਮਰਨੇ का ਚਾਉ ਹੈ, ਮਰੋ तो हर के द्वार। ਬਸ ਇਹੀ ਫਰਕ ਹੈ ਦੁਨੀਆਦਾਰ ਵਿੱਚ ਤੇ ਸਿੱਖ ਵਿੱਚ। ਦੁਨੀਆਦਾਰ ਦੁਨੀਆ ਦੀਆਂ ਗੱਦੀਆਂ ਲੱਭਦਾ ਫਿਰਦਾ ਆ, ਸਿੱਖ ਗੁਰੂ ਨਾਨਕ ਦੀ ਗੋਦੀ ਤੋਂ ਬਿਨਾਂ ਹੋਰ ਕਿਤੇ ਤੱਕਦਾ ਨਹੀਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਨ। ਬਸ ਸਿੱਖ ਜਿਹੜਾ ਇਹੀ ਚਾਹੁੰਦਾ ਆ ਮੈਨੂੰ ਗੁਰੂ ਦੀ ਗੋਦੀ ਮਿਲ ਜਾਏ। A Sikh doesn't want anything else. That is what a Sikh is. Oha prem pri ਕਣਕ ਮਨਕ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਮੋਤੀ ਚਾਹੀਦੇ, ਨਾ ਸੋਨਾ ਚਾਹੀਦਾ, ਨਾ ਹੀਰੇ ਚਾਹੀਦੇ, ਬਸ ਸੱਚੇ ਪਾਤਸ਼ਾਹ ਤੁਹਾਡਾ ਪਿਆਰ ਚਾਹੀਦਾ। She says, I am ready to die. I am ready to go with you to Sachkhand. ਉਹ ਸਿੱਖ ਦੀ ਧੀ ਕਹਿ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਲੈ ਚਲਿਓ ਮੈਨੂੰ ਨਾਲ। ਗੁਰ ਕਹੈ ਹਮਰੇ ਚਾਹ ਨ ਕੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਕੋਈ ਇੱਛਾ ਨਹੀਂ ਹੈ ਕਿਸੇ ਵੀ ਚੀਜ਼ ਦੀ। ਜਾਹੁ ਅਬੈ ਕਰ ਚਿਤ ਰੁਚ ਜੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੁਣ ਚਲੋ ਆਪਣੇ ਘਰ ਨੂੰ। ਸੁਨ ਗਮਨੀ ਮ੍ਰਿਤ ਨਿਸ਼ਚਿਤ ਕਰਕੇ। ਉਸ ਵੇਲੇ ਉਹ ਤੁਰ ਪਈ ਹੈ, ਪਰ ਇਹ ਬੜੀ ਖੁਸ਼ੀ ਦੇ ਨਾਲ ਜਾ ਰਹੀ ਹੈ ਮੇਰੀ ਮੌਤ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੋਦੀ ਵਿੱਚ ਹੋਵੇਗੀ। ਇਹ ਮੌਤ ਨਹੀਂ, ਇਹ ਸਦਾ ਦੀ ਜ਼ਿੰਦਗੀ ਮੈਨੂੰ ਮਿਲਣ ਲੱਗੀ ਹੈ। ਸਿੱਖ ਦੀ ਧੀ ਸੋਚਦੀ ਹੈ ਇਟ ਇਜ਼ ਨਾਟ ਡੈਥ, ਇਟਰਨਲ ਲਾਈਫ ਹੈਜ਼ ਕਮ ਟੂ ਮੀ। ਗੁਰੂ ਅਰਜਨ ਦੇਵ ਜੀ ਮਹਾਰਾਜ ਮੈਨੂੰ ਆਪ ਬਾਹੋਂ ਫੜ ਕੇ ਸੱਚਖੰਡ ਤੱਕ ਲੈ ਕੇ ਜਾਣਗੇ। ਕਿਆ ਫਲ ਪੈ ਹੋ ਪ੍ਰਾਨਨ ਧਰ ਕੇ। ਉਸ ਵੇਲੇ ਇਹ ਸੋਚਦੀ ਹੈ ਕਿ ਇਸ ਸਰੀਰ ਨੂੰ ਰੱਖ ਕੇ ਕਿਹੜਾ ਫਲ ਮਿਲਿਆ ਹੈ। ਬਿਤੀ ਵਿਭਾਵਰ ਭਈ ਪ੍ਰਭਾਤੀ। ਉਹ ਇਸ ਤਰ੍ਹਾਂ ਵਿਚਾਰਾਂ ਕਰਦੀ ਹੈ ਕਿ ਇਸ ਜ਼ਿੰਦਗੀ ਨਾਲੋਂ ਮੈਂ ਧੰਨ ਗੁਰੂ ਅਰਜਨ ਦੇਵ ਜੀ ਦੀ ਗੋਦ ਵਿੱਚ ਸਮਾ ਜਾਣਾ, ਸਦਾ ਵਾਸਤੇ ਸੱਚਖੰਡ ਚਲੇ ਜਾਣਾ ਹੈ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਬਾਕੀ ਦੀ ਰਾਤ ਬਤੀਤ ਹੋ ਗਈ ਹੈ। The whole night passes out. She is so happy. The Guru is going to take me with him to Sachkhand. ਬੈਠੇ ਰਹੇ ਗੁਰੂ ਤਿਸ ਭਾਂਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਰ ਪ੍ਰਭੂ ਦੇ ਸਿਮਰਨ ਵਿੱਚ ਸਾਰੀ ਰਾਤ ਬੈਠੇ ਰਹੇ ਹਨ। ਸਗਰੇ ਨਗਰ ਭਰਿਓ ਵੱਡ ਰੌਰਾ। ਸਾਰੇ ਨਗਰ ਦੇ ਅੰਦਰ ਰੌਲਾ ਪੈ ਗਿਆ, ਹਾਹਾਕਾਰ ਮਚ ਗਈ ਹੈ। The whole of Lahore is now finding out what is happening to the Guru. The whole of Lahore is crying. ਇੱਕ ਬੰਦਾ ਨਹੀਂ, ਸਾਰਾ ਲਾਹੌਰ ਜਿਹੜਾ ਉਹ ਉੱਚੀ ਉੱਚੀ ਧਾਹਾਂ ਮਾਰਦਾ ਪਿਆ ਹੈ। ਘਰ ਘਰ ਦਰ ਦਰ ਠੌਰਾ ਠੌਰਾ। ਘਰ ਘਰ ਦੇ ਵਿੱਚ ਦਰ ਦਰਵਾਜ਼ਿਆਂ ਦੇ ਵਿੱਚ ਖੜ ਕਰਕੇ ਜਿੱਥੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਹੈ ਉਹ ਕਹਿ ਰਹੇ ਨੇ ਕਿ ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਉਹ ਚੰਦੂ ਪਾਪੀ, ਇਸ ਪਾਪ ਨੇ ਤੇਰਾ ਬੇੜਾ ਡੋਬ ਕੇ ਰੱਖ ਦੇਣਾ ਹੈ। ਸਾਰੇ ਪਾਸੇ ਲਾਹੌਰ ਦੇ ਵਿੱਚ ਇਸ ਚੰਦੂ ਪਾਪੀ ਨੂੰ ਜਹਾਂਗੀਰ ਨੂੰ ਫਟਕਾਰਾਂ ਪੈਂਦੀਆਂ ਹਨ। ਬਾਰ ਬਾਰ ਤਿਸ ਪਾਵਰ ਅਗਾਰੀ। ਬਾਰ ਬਾਰ ਇਸ ਚੰਦੂ ਦੇ ਦਰਵਾਜ਼ੇ ਦੇ ਸਾਹਮਣੇ ਆ ਕੇ ਸਿੱਖ ਘੁੰਮਦੇ ਨੇ। ਸੋਚੋ ਕਦੇ ਸਿੱਖ ਜਿਹੜੇ ਆ ਦੀ ਕਮ ਆਊਟਸਾਈਡ ਦ ਡੋਰ ਆਫ ਚੰਦੂ ਅਗੇਨ ਐਂਡ ਅਗੇਨ। ਹਾਂਜੀ, ਫਿਰ ਜਾਤ ਨਿਹਾਰ ਨਿਹਾਰੀ। ਉਸ ਵੇਲੇ ਚੰਦੂ ਦੇ ਦਰਵਾਜ਼ੇ ਵੱਲ ਤੱਕੀ ਜਾ ਰਹੇ ਨੇ, ਤੱਕੀ ਜਾ ਰਹੇ ਨੇ ਕਦੋਂ ਇਹ ਦਰਵਾਜ਼ੇ ਖੁੱਲਣਗੇ ਤੇ ਸੱਚੇ ਪਾਤਸ਼ਾਹ ਜੀ ਦੀ ਦੀਦਾਰ ਹੋਣਗੇ। ਨਿਸ ਦਿਨ ਰਹੇ ਕੇ ਵਾਰ ਅਸੰਜਤ। ਦਿਨ ਰਾਤ ਕੋਈ ਨਾ ਕੋਈ ਸਿੱਖ ਉਸ ਦਰਵਾਜ਼ੇ ਦੇ ਸਾਹਮਣੇ ਖੜਾ ਰਹਿੰਦਾ ਹੈ। ਡੇ ਐਂਡ ਨਾਈਟ ਦੇ ਆਰ ਸਟੈਂਡਿੰਗ ਦੇयर, ਦੇ ਆਰ ਵੇਟਿੰਗ ਫॉर द ਡੋਰਸ ਟੂ ਓਪਨ। ਹਾਂਜੀ, ਉਹ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ ਭਾਵੇਂ ਪਾਪੀ ਦੀ ਹਵੇਲੀ ਹੈ ਪਰ ਸਾਡੇ ਵਾਸਤੇ ਜਿੱਥੇ ਆਪ ਜੀ ਬਿਰਾਜ ਜਾਂਦੇ ਹੋ ਉਹ ਦਰਬਾਰ ਹੈ। ਦਰਮਾਨ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ। ਇਹ ਅੰਦਰੋਂ ਕਹਿ ਰਹੇ ਆ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਸਾਡੀ ਸੁਰਤ ਵੀ ਰਹਿ ਨਹੀਂ ਜਾਂਦੀ, ਕਿਰਪਾ ਕਰੋ ਦਰਸ਼ਨ ਦੇਣਾ ਕਰੋ। ਵਾਂਛਿਤ ਚਿੱਤ ਕਿਮ ਹੋਏ ਸੋ ਭੰਜਤ। ਕਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣਗੇ ਸੋਚਦੇ ਨੇ ਸਿੱਖ, ਤੇ ਕਿਸ ਤਰ੍ਹਾਂ ਇਹ ਦਰਵਾਜ਼ੇ ਜਿਹੜੇ ਭੰਨ ਦੇਵੇ ਕੋਈ ਆ ਕੇ। ਕਿਆ ਇਹ ਕਰਹਿ ਲਖੀ ਨਹਿ ਜਾਈ। ਕਹਿੰਦੇ ਪਤਾ ਨਹੀਂ ਚੰਦੂ ਪਾਪੀ ਕਿਹੜੇ ਕਿਹੜੇ ਤਸੀਹੇ ਦਿੰਦਾ ਆ। At that time they are thinking, we do not know what ਤਸੀਹੇ, what tortures that Chandu is giving to Guru Arjan Dev Ji on the other side of these doors. ਹਾਂਜੀ, ਵੈਰ ਗੁਰੂ ਨਿਕਸੇ ਨ ਕਦਾਈ। ਕਹਿੰਦੇ ਸੱਚੇ ਪਾਤਸ਼ਾਹ ਜੀ ਜਦੋਂ ਦੇ ਇਸ ਦੀ ਹਵੇਲੀ ਵਿੱਚ ਪ੍ਰਵੇਸ਼ ਹੋ ਗਿਆ
ਉਦੋਂ ਦੇ ਫਿਰ ਬਾਹਰ ਨਹੀਂ ਆਏ ਹੈ। ਪੰਜ ਸਿੱਖ ਨਹੀਂ ਪੁਨ ਹੇਰੇ ਤੇ ਜਿਹੜੇ 5 ਸਿੱਖ ਮਹਾਰਾਜ ਦੇ ਨਾਲ ਸੀ ਉਹਨਾਂ ਨੂੰ ਵੀ ਕਿਸੇ ਨੇ ਦੇਖਿਆ ਨਹੀਂ। ਹੋਏ ਕਹਾਂ ਬਚ ਸੁਨੇ ਨਾ ਫੇਰੇ ਪਤਾ ਨਹੀਂ ਕਿੱਧਰ ਨੂੰ ਚਲ ਗਏ ਆ, ਸਾਨੂੰ ਤੇ ਕੁਝ ਖਬਰ ਨਹੀਂ ਆਉਂਦੀ ਹੈ। ਕੋਈ ਕਹਿੰਦਾ ਕਿ ਮਹਾਰਾਜ ਜੀ ਸ਼ਹੀਦ ਹੋ ਗਏ ਨੇ, ਕੋਈ ਕਹਿੰਦਾ ਕਿ ਮਹਾਰਾਜ ਜੀ ਹੈਗੇ ਨੇ ਸਰੀਰ ਕਰਕੇ, ਕੋਈ ਕਹਿੰਦਾ ਹੈ ਕਿ ਸਿੱਖਾਂ ਨੂੰ ਸ਼ਹੀਦ ਕਰਤਾ। ਇਸ ਤਰ੍ਹਾਂ ਵੱਖਰੇ ਵੱਖਰੇ ਤਰ੍ਹਾਂ ਦੀ ਖਬਰ ਆਪ ਜੀ ਜਾਣਦੇ ਹੋ ਕਿ ਜਿਸ ਵੇਲੇ ਸਰਕਾਰ ਜਿਹੜੀ ਆ ਤਸ਼ੱਦਦ ਤੇ ਤੁਲ ਜਾਏ ਉਸ ਵੇਲੇ ਵੱਖਰੀਆਂ ਵੱਖਰੀਆਂ ਖਬਰਾਂ ਬਾਹਰ ਪਹੁੰਚਦੀਆਂ। ਤੇ ਮੈਂ ਬੇਨਤੀ ਕਰਾਂ ਇੱਕ ਗੱਲ ਹੋਰ, ਇਹ ਅਖੀਰ ਵਿੱਚ ਮੈਂ ਇਤਿਹਾਸ ਬਾਰੇ ਬੇਨਤੀ ਕਰਾਂ ਕਿ ਇਤਿਹਾਸ ਦੇ ਵਿੱਚ ਕਿਹੜਾ ਰੰਗ ਹੈ। ਖੈਰ ਮੈਂ ਫਿਰ ਬੇਨਤੀ ਕਰਾਂ, imagine at that time some people are saying Guru is shaheed, some people are saying the Sikhs are shaheed, the Sikhs don't know what is going on। ਗੁਰੂ ਦੇ ਪ੍ਰੇਮ ਵਿੱਚ ਵਾਰ-ਵਾਰ ਉਹ ਸੋਚਦੇ ਨੇ ਦਿਨ ਰਾਤ, ਦੁਰ ਦੁਰ ਮਿਲ ਹੈ ਕਰਹਿ ਗੁਰਬਾਤ ਇੱਕ ਦੂਜੇ ਨਾਲ ਬੈਠ ਕੇ ਗੁਰੂ ਦੀਆਂ ਗੱਲਾਂ ਕਰਦੇ ਨੇ ਸਿੱਖ। ਕਰਹਿ ਪਾਤ ਕੀ ਕਿਆ ਉਤਪਾਤ ਕਹਿੰਦੇ ਕਿ ਪਤਾ ਨਹੀਂ ਇਸ ਪਾਪੀ ਨੇ ਕਿਹੜਾ ਪਾਪ ਕੀਤਾ ਹੈ। ਜਬ ਕੋ ਅੰਤਰ ਲੈ ਪਰਵੇਸ਼ਾ ਜਦੋਂ ਵੀ ਕੋਈ ਅੰਦਰ ਜਾਂਦਾ ਹੈ ਕਿਮ ਕਲੇਸ਼ ਦੇ ਸੁਨਿਓ ਨਾ ਲੇਛ ਕਹਿੰਦਾ ਕਿ ਕਹਿੰਦੇ ਨੇ ਕਿ ਜਦੋਂ ਦੇ ਗੁਰੂ ਸਾਹਿਬ ਜੀ ਅੰਦਰ ਚਲੇ ਗਏ ਨੇ ਪਤਾ ਨਹੀਂ ਕਿਹੜੇ ਕਿਹੜੇ ਦੁੱਖ ਤਸੀਹੇ ਦਿੱਤੇ ਨੇ ਪਾਪੀ ਨੇ। ਧਰਮਸ਼ਾਲਾ ਮਿਲ ਮਿਲ ਪਛਤਾਵੇ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਜਿਹੜੀ ਸਿੱਖ ਆ ਉਹ ਸੋਚਦੇ ਪਏ ਨੇ, ਵਿਰਾਗ ਕਰਦੇ ਪਏ ਨੇ, ਮਹਿ ਦਿਨ ਮਹਿ ਵਿਵਹਾਰ ਚਲਾਵੇ ਆਪਣੇ ਕੰਮਾਂ ਕਾਰਾਂ ਤੇ ਵੀ ਨਹੀਂ ਜਾਂਦੇ। ਸਿੱਖ ਜਿਹੜੇ ਆ ਕੰਮ ਕੀ ਸੁਝਣਾ ਸੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਰਿਹਾ ਜ਼ਾਲਮ, ਸਿੱਖ ਆਪੋ ਆਪਣੇ ਘਰਾਂ 'ਚ ਬੈਠ ਕੇ ਬਾਣੀ ਪੜ੍ਹਦੇ ਪਏ ਆ। ਵਿਰਾਗ ਦੇ ਨਾਲ ਨੇਤਰ ਜਿਹੜੇ ਛਲਕ ਉੱਠਦੇ ਹਨ। ਖਾਨ ਪਾਨ ਰੁਚ ਤੇ ਨਹਿ ਕਰੇ ਕੁਝ ਵੀ ਖਾਂਦੇ ਨਹੀਂ ਪੀਂਦੇ ਨਹੀਂ ਹੈਗੇ। ਸਤਿਗੁਰ ਪਾਪੀ ਕੇ ਬਸ ਪਰੇ ਕਹਿੰਦੇ ਕਿ ਇਸ ਟਾਈਮ ਗੁਰੂ ਸਾਹਿਬ ਜੀ ਮਹਾਰਾਜ ਚੰਦੂ ਦੀ ਹਵੇਲੀ 'ਚ ਆ, ਪਤਾ ਨਹੀਂ ਗੁਰੂ ਸਾਹਿਬ ਜੀ ਉੱਤੇ ਕਿਹੜਾ ਕਿਹੜਾ ਇਹ ਤਸੀਹੇ ਤੇ ਤਸ਼ੱਦਦ ਕਰ ਰਿਹਾ ਹੈ। ਖੈਰ ਪਿਆਰਿਓ, ਆਓ ਆਪਾਂ ਇਸ ਇਤਿਹਾਸ ਦੀ ਜਿਹੜੀ ਲੜੀ ਆ ਉਹ ਕੱਲ ਦੇ ਦੀਵਾਨ ਵਿੱਚ ਮੈਂ ਹੁਣ ਬੇਨਤੀ ਕਰਾਂ, ਕਿਉਂਕਿ ਆਪ ਸੰਗਤ ਸਜੀ ਹੈ। 6:30 ਤੋਂ ਲੈ ਕੇ 7:30 ਵਜੇ ਤੱਕ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗ੍ਰੰਥੀ ਸਾਹਿਬਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਨੇ ਇਸ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਨਾ ਹੈ। The next part of this history of Guru Arjan Dev Ji is going to be told to you tomorrow by Singh Sahib ਗਿਆਨੀ ਸੁਖਜਿੰਦਰ ਸਿੰਘ ਜੀ, one of the granthis of Sachkhand Sri Harmandir Sahib। ਆਪ ਪਿਆਰਿਓ, ਮੈਂ ਬੇਨਤੀ ਕਰਾਂ, ਇਤਿਹਾਸ ਜਿਹੜੀ ਆ ਉਹ ਦੰਦ ਕਥਾ ਨਹੀਂ ਹੁੰਦੀ। ਇਤਿਹਾਸ ਜਿਹੜਾ ਹੁੰਦਾ ਨਾ, I say in English, this is not his story. History means his story belongs to someone else. This is our story. This is your story, belongs to you. Make sure you own it. How are you going to own it? Have it written upon your heart. ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਜਦੋਂ ਗੁਰੂ ਦਾ ਦਿਵਸ ਆਵੇ ਨਾ ਤੇ ਗੁਰੂ ਨੂੰ ਯਾਦ ਕਰਨਾ, ਗੁਰੂ ਨਾਲ ਇੱਕ ਇੱਕ ਕੀ ਗੁਰੂ ਸਾਹਿਬ ਜੀ ਨੇ ਕੌਤਕ ਕੀਤੇ, ਇਹ ਵੀ ਇੱਕ ਬਹੁਤ ਵੱਡੀ ਭਗਤੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਖੈਰ ਪਿਆਰਿਓ, ਆਪ ਜੀ ਨੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਤਿਹਾਸ ਹੁਣ ਤੱਕ ਸਰਵਣ ਕੀਤਾ ਹੈ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਪਹੁੰਚ ਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਸਰੀਰ ਦੇ ਇਹ ਆਖਰੀ ਪਲ ਨੇ, ਉਹ ਕੱਲ੍ਹ ਦੇ ਦੀਵਾਨ ਵਿੱਚ ਸਿੰਘ ਸਾਹਿਬ ਜੀ 6:30 ਤੋਂ 7:30 ਆਪ ਜੀ ਨਾਲ ਸਾਂਝਿਆਂ ਕਰਨਗੇ। ਆਓ ਪਿਆਰਿਓ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦਿਆਂ ਜੀ, ਭੁੱਲਾਂ ਨਾ ਚਿਤਾਰਨੀਆਂ ਜੀ। ਆਓ ਪਿਆਰ ਸਤਿਕਾਰ ਨਾਲ ਇਹ ਅਖੀਰਲੀਆਂ 2 ਪੰਕਤੀਆਂ ਪੜ੍ਹੀਆਂ ਜੀ। ਖਾਨ ਪਾਨ ਰੁਚ ਤੇ ਨਹਿ ਕਰੇ ਸਤਿਗੁਰ ਪਾਪੀ ਕੇ ਬਸ ਪਰੇ, ਏ ਗੋਬਿੰਦ ਏ ਗੋਪਾਲ ਏ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਏ ਸਮਰਾਟ ਅਗਮ ਪੂਰਨ, ਮੋਹਿ ਮਾਇਆ ਤਾਰ, ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ,
ਸੁਣੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਤ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਤ ਕਲਿਆਣ। ਆਓ ਪਿਆਰਿਓ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਉੱਤੇ ਸਾਰੀ ਸੰਗਤ ਰਲ ਮਿਲ ਕੇ ਨਮਸਕਾਰ ਕਰਦਿਆਂ ਹੋਇਆਂ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਸਾਰੀ ਸੰਗਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।